ਜਦੋਂ ਤੋਂ ਹਿਊਮਨ ਸੱਭਿਅਤਾ ਸ਼ੁਰੂ ਹੋਈ ਆ ਉਦੋਂ ਤੋਂ ਹੀ ਜੰਗਾਂ ਜਿਹੜੀਆਂ ਨੇ ਉਹ ਚਾਲੂ ਰਹੀਆਂ ਨੇ। ਉਹਦਾ ਕਾਰਨ ਕੀ ਆ? ਹਾਂ, ਉਹਨਾਂ ਦਾ ਮੈਗਨੀਟਿਊਡ ਵੱਡਾ ਛੋਟਾ ਹੋ ਸਕਦਾ, ਕਿਉਂਕਿ ਜਦੋਂ ਕਬੀਲਿਆਂ ਵਿੱਚ ਰਹਿੰਦੇ ਸੀ ਉਦੋਂ ਕਬੀਲੇ ਇੱਕ ਦੂਜੇ ਨਾਲ ਭਿੜਦੇ ਸੀਗੇ। ਜਦੋਂ ਥੋੜ੍ਹੇ ਵੱਡੇ ਹੋ ਗਏ, ਦੇਸ਼ ਬਣ ਗਏ, ਫਿਰ ਦੇਸ਼ ਭਿੜਨੇ ਸ਼ੁਰੂ ਹੋ ਗਏ। ਜਦੋਂ ਫਿਰ ਕੌਂਟੀਨੈਂਟ ਬਣ ਗਏ, ਫਿਰ ਕੌਂਟੀਨੈਂਟ ਭਿੜਨੇ ਸ਼ੁਰੂ ਹੋ ਗਏ। ਫੋਰਸਿਸ ਬਣ ਗਈਆਂ, ਹੈ ਨਾ, ਅਲਾਈਜ਼ ਬਣ ਗਏ, ਫਿਰ ਉਹ ਅਲਾਈਜ਼ ਭਿੜਨੇ ਸ਼ੁਰੂ ਹੋ ਗਏ। ਸੋ ਬੇਸਿਕਲੀ ਜਿਹੜੀ ਵਾਰ ਹੈ ਨਾ, ਜਿਹੜੀ ਜੰਗ ਹੈ, ਉਹ ਇਨਸਾਨ ਦੇ ਨਾਲ ਮੁੱਢ ਕਦੀਮ ਤੋਂ ਰਹੀ ਆ। ਸੋ ਬੇਸਿਕਲੀ ਜਿਹੜੀ ਵਾਰ ਹੈ ਨਾ, ਉਹ ਕਦੀ ਵੀ ਜਿਹੜੇ ਵਿਚਾਰੇ ਜਿਹੜੇ ਦੱਬੇ ਹੋਏ ਲੋਕ ਹੁੰਦੇ ਉਹ ਸ਼ੁਰੂ ਨਹੀਂ ਕਰਦੇ ਹੁੰਦੇ। ਵਾਰ ਉਹ ਲੋਕ ਸ਼ੁਰੂ ਕਰਦੇ ਹੁੰਦੇ ਆ ਜਿਹੜੇ ਦਬਾਉਣ ਦੀ ਕੋਸ਼ਿਸ਼ ਕਰਦੇ ਆ, ਅਤੇ ਜਦੋਂ ਉਹ ਦਬਾਉਣ ਦੀ ਕੋਸ਼ਿਸ਼ ਕਰਦੇ ਆ ਕਿਤੇ ਨਾ ਕਿਤੇ ਕਿਸੇ ਪੁਆਇੰਟ 'ਤੇ ਜਾ ਕੇ ਇੱਕ ਪ੍ਰੈਸ਼ਰ ਬਿਲਡ ਹੁੰਦਾ ਆ, ਅਤੇ ਜਿਹੜੇ ਲੋਕ ਦੱਬੇ ਜਾ ਰਹੇ ਹੁੰਦੇ ਆ ਉਹ ਰਿਵੋਲਟ ਬੈਕ ਕਰ ਦਿੰਦੇ ਆ। ਪਹਿਲਾਂ ਉਹ ਆਪਣਾ ਭੀਖ ਮੰਗਦੇ ਆ, ਜਾਂ ਜਿੱਦਾਂ ਅੱਜ ਕੱਲ੍ਹ ਆਪਾਂ ਧਰਨੇ ਵੀ ਲਾ ਰਹੇ ਹਾਂ ਉਸ ਤਰੀਕੇ ਨਾਲ ਵੀ ਕੰਮ ਕਰਦੇ ਆ। ਬਟ ਜਦੋਂ ਉਹਨਾਂ ਨੂੰ ਲੱਗਦਾ ਕਿ ਨਥਿੰਗ ਇਜ਼ ਪੋਸੀਬਲ, ਫਿਰ ਉਹ ਆਰਮਡ ਰਿਵੋਲਟ ਸ਼ੁਰੂ ਕਰਦੇ ਆ। ਜਿਹੜਾ ਜ਼ਿਆਦਾ ਪਾਵਰਫੁੱਲ ਆ ਉਹਦੇ ਹੱਥ 'ਚ ਸਾਰਾ ਕੁਛ ਹੈ, ਫਿਰ ਉਹ ਉਹਨਾਂ ਨੂੰ ਡਿਮੀਨ ਕਰਦਾ, ਡਿਮਨਾਈਜ਼ ਕਰਦਾ। ਇਹ ਦੱਸਦਾ ਕਿ ਦੇਖੋ ਇਹ ਲੋਕ ਜਿਹੜੇ ਨੇ ਇਹ ਬਾਗੀ ਨੇ। ਬਾਗੀ ਵੀ ਨਹੀਂ ਕਹਿੰਦਾ, ਫਿਰ ਉਹਨਾਂ ਨੂੰ ਅੱਤਵਾਦੀ ਕਹਿੰਦਾ ਆ। ਇਹ ਅੱਤਵਾਦੀ ਲੋਕ ਨੇ। ਜੰਗ ਨੂੰ ਕਿੰਨੀ ਕੁ ਅਹਿਮੀਅਤ ਦੇਣੀ ਚਾਹੀਦੀ ਆ? ਤਾਂ ਜੰਗ ਨੂੰ ਤਾਂ ਵੈਸੇ ਮੇਰੇ ਵੱਲੋਂ ਕਦੀ ਵੀ ਅਹਿਮੀਅਤ ਨਹੀਂ ਦਿੱਤੀ ਜਾਣੀ ਚਾਹੀਦੀ, ਕਿਉਂਕਿ ਜੰਗਾਂ ਦੇ ਵਿੱਚ ਕਦੀ ਵੀ ਕੋਈ ਜਿੱਤਦਾ ਨਹੀਂ ਹੁੰਦਾ, ਸਿਰਫ ਪਰਿਵਾਰ ਹਾਰਦੇ ਹੁੰਦੇ ਆ। ਅਤੇ ਜੰਗ ਨੂੰ ਕਦੀ ਕੋਈ ਅਹਿਮੀਅਤ ਦਿੱਤੀ ਨਹੀਂ ਜਾਣੀ ਚਾਹੀਦੀ। ਪਰ ਜਦੋਂ ਤੁਹਾਡੇ ਉੱਤੇ ਕੋਈ ਤਸ਼ੱਦਦ ਕਰਦਾ ਹੈ, ਜ਼ੁਲਮ ਕਰਦਾ ਹੈ, ਤਾਂ ਉਸ ਜ਼ੁਲਮ ਦੇ ਖਿਲਾਫ ਆਵਾਜ਼ ਚੁੱਕਣਾ ਵੀ ਤੁਹਾਡਾ ਫਰਜ਼ ਬਣਦਾ ਆ। ਸਿਰਫ ਇਸ ਕਰਕੇ ਕਿ ਅਸੀਂ ਜੰਗ ਨਹੀਂ ਚਾਹੁੰਦੇ ਅਤੇ ਅਸੀਂ ਆਪਣੇ ਉੱਤੇ ਜ਼ੁਲਮ ਹੁੰਦੇ ਰਹਿਣ ਦੀਏ, ਉਹ ਪੋਸੀਬਲ ਨਹੀਂ ਹੁੰਦਾ। ਜੇ ਉੱਦਾਂ ਕਰੋਗੇ ਤਾਂ ਮਰ ਜਾਓਗੇ, ਖਤਮ ਹੋ ਜਾਓਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਰਦਾਰੇ ਖਾਲਸਾ ਦੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੈਂ ਕਿਰਨਪ੍ਰੀਤ ਕੌਰ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਜੀ। ਅੱਜ ਦਾ ਜਿਹੜਾ ਪ੍ਰੋਗਰਾਮ ਹੈ, ਅੱਜ ਦਾ ਜਿਹੜਾ ਐਪੀਸੋਡ ਹੈ, ਉਹ ਮੈਂ ਪਿਛਲੀ ਵਾਰੀ ਤੁਹਾਡੇ ਨਾਲ ਇਹ ਗੱਲ ਕੀਤੀ ਸੀਗੀ ਕਿ ਸਾਡਾ ਜਿਹੜਾ ਕੁਐਸਚਨ ਆਨਸਰਸ ਦਾ ਜਿਹੜਾ ਇੱਕ ਐਪੀਸੋਡ ਆ ਉਹ ਓਵਰ ਡਿਊ ਆ। ਤਾਂ ਅੱਜ ਵਾਲਾ ਜਿਹੜਾ ਪ੍ਰੋਗਰਾਮ ਹੈ ਜਾਂ ਅੱਜ ਦਾ ਜੋ ਐਪੀਸੋਡ ਆ, ਆਪਾਂ ਕੁਐਸਚਨ ਆਨਸਰਸ ਦੇ ਉੱਤੇ ਕਰਨਾ ਆ। ਮੈਂ ਕੁਐਸਚਨ ਆਨਸਰਸ ਦੀ ਸ਼ੁਰੂਆਤ ਜਿਹੜੀ ਆ ਉਹ ਪਿਛਲੀ ਵਾਰੀ ਕਰ ਦਿੱਤੀ ਸੀਗੀ। ਉਹਦੇ ਵਿੱਚ ਹੀ ਆਪਾਂ ਭਗੌਤੀ ਦਾ ਜਿਹੜਾ ਡਿਸਕਸ਼ਨ ਆ ਉਹਨੂੰ ਅੱਗੇ ਐਕਸਟੈਂਡ ਕੀਤਾ ਸੀਗਾ, ਅਤੇ ਨਾਲ ਮੈਂ ਇੱਕ ਕੁਐਸਚਨ ਜਿਹੜਾ ਆ ਉਹ ਪੁੱਛ ਕੇ ਅਤੇ ਆਪਣਾ ਜਿਹੜਾ ਪ੍ਰੋਗਰਾਮ ਹੈ ਪਿਛਲੇ ਹਫ਼ਤੇ ਉਹ ਸਮਾਪਤ ਕੀਤਾ ਸੀਗਾ। ਜਿਹੜਾ ਮੈਂ ਸਵਾਲ ਕੀਤਾ ਸੀ ਪਿਛਲੀ ਵਾਰੀ ਉਹ ਮੈਂ ਇੱਕ ਵਾਰੀ ਦੁਬਾਰਾ ਕਰ ਦਿੰਦੀ ਹਾਂ ਰਿਪੀਟ, ਕਿਉਂਕਿ ਉਹਦੇ ਉੱਤੇ ਹੀ ਇੱਕ ਬੜਾ ਇੰਟਰਸਟਿੰਗ ਸਵਾਲ ਹੋਰ ਆਇਆ ਜਿਹਦਾ ਮੈਂ ਜਵਾਬ ਦੇਣਾ ਅੱਜ ਹੀ ਜ਼ਰੂਰੀ ਸਮਝਦੀ ਹਾਂ। ਸਵਾਲ ਸੀਗਾ, ਅਰਜੁਨ ਕੋਹਲੀ ਸਾਹਿਬ ਪੁੱਛਦੇ ਸੀ ਸਾਨੂੰ ਕਿ ਨਿਹੰਗ ਸਿੰਘ ਜਿਹੜੇ ਹੈ ਉਹ ਸ਼ਹੀਦੀ ਮਿਸਲਾਂ ਨੂੰ ਮੰਨਦੇ ਨੇ। ਇੱਕ ਸਿੱਖ ਹੋਣ ਦੇ ਨਾਤੇ ਕੀ ਸਾਨੂੰ ਆਪਣੇ ਸ਼ਹੀਦਾਂ ਦੇ ਪੁਨਰ ਜਨਮ ਜਾਂ ਅਵਤਾਰਵਾਦ ਯਾਨੀ ਕਿ ਰੀਇਨਕਾਰਨੇਸ਼ਨ ਨੂੰ ਮੰਨਣਾ ਚਾਹੀਦਾ ਹੈ? ਕਿਉਂਕਿ ਮੇਰੀ ਸਮਝ ਮੁਤਾਬਕ ਜੋ ਗੁਰੂ ਦੇ ਪਿਆਰੇ ਗੁਰੂ ਨੂੰ ਸਮਰਪਿਤ ਹੋ ਗਏ ਉਹਨਾਂ ਨੂੰ ਮੁੜ ਧਰਤੀ 'ਤੇ ਆਉਣਾ ਨਹੀਂ ਪੈਂਦਾ। ਇਹ ਉਹਨਾਂ ਦਾ ਸਵਾਲ ਸੀ। ਅਤੇ ਮੈਂ ਪਿਛਲੇ ਹਫ਼ਤੇ ਤੁਹਾਨੂੰ ਕਿਹਾ ਸੀਗਾ ਕਿ ਇਹ ਜਿਹੜਾ ਸਵਾਲ ਹੈ, ਕਿਉਂਕਿ ਇਹ ਨਿਹੰਗ ਸਿੰਘਾਂ ਵਾਸਤੇ ਸਵਾਲ ਹੈ, ਤਾਂ ਇਸ ਕਰਕੇ ਮੈਂ ਚਾਹੂੰਗੀ ਕਿ ਇਹਦਾ ਜਿਹੜਾ ਜਵਾਬ ਹੈ ਉਹ ਵੀ ਨਿਹੰਗ ਸਿੰਘ ਜਥੇਬੰਦੀਆਂ ਹੀ ਦੇਣ, ਜਾਂ ਉਹ ਕੋਈ ਵੀ ਨਿਹੰਗ ਸਿੰਘ ਸਾਨੂੰ ਕੰਟੈਕਟ ਕਰ ਲੈਣ, ਬੇਸ਼ੱਕ ਫ਼ੋਨ ਕਰਕੇ ਜਾਂ ਈਮੇਲ ਕਰਕੇ ਸਾਨੂੰ ਕੰਟੈਕਟ ਕਰ ਲੈਣ, ਅਤੇ ਇਸ ਜਿਹੜਾ ਸਵਾਲ ਹੈ ਉਹਦਾ ਜਵਾਬ ਉਹ ਦੇਣ, ਕਿਉਂਕਿ ਇਹ ਸਵਾਲ ਉਹਨਾਂ ਵਾਸਤੇ ਹੈ। ਤਾਂ ਮੈਨੂੰ ਕਿਸੇ ਨੇ ਇਹ ਅਗਲਾ ਸਵਾਲ ਮੈਨੂੰ ਇਹ ਪੁੱਛਿਆ ਗਿਆ ਕਿ ਤੁਸੀਂ ਆਪ ਕਿਉਂ ਜਵਾਬ ਨਹੀਂ ਦਿੰਦੇ, ਤੁਸੀਂ ਇਸ ਸਵਾਲ ਦਾ ਜਵਾਬ ਦੇਣ ਤੋਂ ਭੱਜਦੇ ਕਿਉਂ? ਤਾਂ ਮੈਨੂੰ ਇਹਦਾ ਜਵਾਬ ਇਹ ਕੁਐਸਚਨ ਬੜਾ ਇੰਟਰਸਟਿੰਗ ਹੈ, ਅਤੇ ਮੈਨੂੰ ਲੱਗਾ ਕਿ ਮੈਂ ਇਹਦਾ ਜਵਾਬ ਜ਼ਰੂਰ ਦੇਵਾਂ ਕਿ ਮੈਂ ਇਸ ਸਵਾਲ ਦਾ ਜਵਾਬ ਦੇਣ ਤੋਂ ਭੱਜਦੀ ਕਿਉਂ ਆ। ਬੇਸਿਕਲੀ ਮੈਂ ਸਵਾਲ ਦਾ ਜਵਾਬ ਦੇਣ ਤੋਂ ਨਹੀਂ ਭੱਜਦੀ, ਜਾਂ ਇਹ ਐਸਾ ਕੋਈ ਸਵਾਲ ਨਹੀਂ ਹੈ ਕਿ ਜਿਹਦਾ ਮੈਂ ਕਹਾਂ ਕਿ ਮੈਂ ਜਵਾਬ ਦੇਣਾ ਨਹੀਂ। ਬਾਕਾਇਦਾ ਮੈਂ ਤੁਹਾਨੂੰ ਕਹਿ ਰਹੀ ਹਾਂ ਕਿ ਤੁਹਾਡੇ ਕੋਲ ਜੇ ਇਸ ਦਾ ਇੱਕ ਪ੍ਰੋਪਰ ਜਵਾਬ ਹੈ ਤਾਂ ਉਹ ਸਾਨੂੰ ਭੇਜੋ, ਤਾਂ ਕਿ ਅਸੀਂ ਇੱਕ ਜਿਹੜਾ ਸਹੀ ਰਿਪਲਾਈ ਹੈ ਨਾ ਉਹ ਦਿੱਤਾ ਜਾਵੇ। ਹੁਣ ਮੈਂ ਇਹ ਜਿਹੜਾ ਸਵਾਲ ਆ ਉਹ ਤੁਹਾਡੀ ਕਚਹਿਰੀ 'ਚ ਸੁੱਟਿਆ ਕਿਉਂ, ਉਹਦੇ ਪਿੱਛੇ ਕੀ ਰੀਜ਼ਨ ਆ, ਉਹ ਮੈਂ ਤੁਹਾਡੇ ਨਾਲ ਸਾਂਝਾ ਕਰ ਲੈਂਦੀ ਹਾਂ। ਦੇਖੋ, 2-3 ਗੱਲਾਂ ਸਾਨੂੰ ਹਮੇਸ਼ਾ ਸਮਝ ਲੈਣੀਆਂ ਚਾਹੀਦੀਆਂ। ਇੱਕ, ਅਤੇ ਸਾਡੇ ਦਿਲ 'ਚ ਕਦੀ ਵੀ ਇਹ ਗੱਲ ਨਹੀਂ ਆਉਣੀ ਚਾਹੀਦੀ ਕਿ ਮੈਨੂੰ ਸਾਰਾ ਕੁਛ ਪਤਾ ਆ, ਕਿਉਂਕਿ ਇੱਕ ਬੜਾ ਪੁਰਾਣਾ ਔਰ ਬੜਾ ਖੂਬਸੂਰਤ ਮੁਹਾਵਰਾ ਵੀ ਹੈਗਾ ਕਿ ਜਿਹਨੂੰ ਇਹ ਲੱਗਦਾ ਨਾ ਕਿ ਮੈਨੂੰ ਸਾਰਾ ਕੁਛ ਪਤਾ ਆ,
ਬੇਸਿਕਲੀ ਉਹਨੂੰ ਕੁਝ ਵੀ ਪਤਾ ਨਹੀਂ ਹੁੰਦਾ। ਅਤੇ ਸਾਡੀ ਖਾਸ ਤੌਰ 'ਤੇ ਸਿੱਖਾਂ ਦੀ ਪ੍ਰੋਬਲਮ ਇਸ ਟਾਈਮ 'ਤੇ ਇਹ ਹੈ ਕਿ ਸਾਡੇ 'ਚ ਹਰ ਇੱਕ ਬੰਦਾ ਹੀ ਵਿਦਵਾਨ ਹੈ। ਮੈਂ ਵੀ ਵਿਦਵਾਨ ਹਾਂ, ਮੇਰੇ ਨਾਲ ਕੋਈ ਹੋਰ ਵੀ ਵਿਦਵਾਨ ਹੈ, ਔਰ ਅਸੀਂ ਇਹ ਵਰਡ ਆਪਣੇ ਨਾਲ ਲਾ ਕੇ ਨਾ ਵਿਦਵਾਨ, ਬੁੱਧੀਜੀਵ ਬੜੇ ਖੁਸ਼ ਹੁੰਦੇ ਹਾਂ। ਔਰ ਉਹਦੇ ਨਾਲ ਹੁੰਦਾ ਕੀ ਹੈ ਕਿ ਅਸੀਂ ਇੱਕ ਆਪਣੇ ਆਲੇ ਦੁਆਲੇ, ਇੱਕ ਉਹ ਬੀਬੀ ਕੰਗਨਾ ਰਣੌਤ ਵੀ ਹੈਗੀ, ਉਹਨੇ ਵੀ ਅੱਜ ਕੱਲ੍ਹ ਆਪਣੇ ਆਲੇ ਦੁਆਲੇ ਇੱਕ ਘੇਰਾ ਜਿਹਾ ਕੱਸ ਲਿਆ। ਉਹਨੂੰ ਲੱਗਦਾ ਕਿ ਮੈਂ ਹੀ ਸਭ ਕੁਛ ਹਾਂ, ਮੈਂ ਹੀ ਸਾਰਾ ਕੁਛ ਹਾਂ। ਤਾਂ ਸਾਨੂੰ ਉਹੋ ਜਿਹਾ ਹੀ ਕੁਛ ਲੱਗਣ ਲੱਗ ਜਾਂਦਾ ਆ ਕਿ ਸਾਨੂੰ ਲੱਗਦਾ ਕਿ ਮੈਨੂੰ ਸਾਰਾ ਕੁਛ ਪਤਾ ਆ, ਜਦ ਕਿ ਇਹ ਕਦੀ ਵੀ ਨਹੀਂ ਹੁੰਦਾ। ਇੱਕ ਇਨਸਾਨ ਨੂੰ ਹਰ ਇੱਕ ਤਰੀਕੇ ਦੀ ਨੌਲੇਜ ਹੋਣਾ ਇਹ ਪੋਸੀਬਲ ਹੀ ਨਹੀਂ ਆ। ਇਹ ਪੋਸੀਬਲ ਨਹੀਂ ਹੈਗਾ ਕਿ ਮੈਨੂੰ ਗੁਰਬਾਣੀ ਦੀ ਨੌਲੇਜ ਵੀ ਹੋਵੇ, ਮੈਨੂੰ ਨਿਹੰਗ ਸਿੰਘਾਂ ਦੀਆਂ ਜਿਹੜੀਆਂ ਪਰੰਪਰਾਵਾਂ ਉਹਨਾਂ ਦੀ ਨੌਲੇਜ ਵੀ ਹੋਵੇ, ਫਿਰ ਮੈਨੂੰ ਕੁਛ ਹੋਰ ਨੌਲੇਜ ਵੀ ਹੋਵੇ, ਮੈਨੂੰ ਹਿਸਟਰੀ। ਸੋ ਹਰ ਇੱਕ ਚੀਜ਼ ਦੇ ਵਿੱਚ ਨੌਲੇਜ ਹੋਣਾ ਇਹ ਸੰਭਵ ਨਹੀਂ ਹੁੰਦਾ। ਤਾਂ ਇਹਦਾ ਬੈਸਟ ਵੇ ਆਊਟ ਕੀ ਹੁੰਦਾ ਆ ਕਿ ਜਿਹੜੇ ਮਾਸਟਰਸ ਨੇ ਜਾਂ ਐਕਸਪਰਟਸ ਨੇ ਜਾਂ ਉਹ ਲੋਕ ਜਿਨ੍ਹਾਂ ਦੀਆਂ ਇਹ ਗੱਲਾਂ ਨੇ, ਇਹ ਪਰੰਪਰਾਵਾਂ ਨੇ, ਤੁਸੀਂ ਉਹ ਸਵਾਲ ਉਹਨਾਂ ਨੂੰ ਕਰੋ ਤਾਂ ਕਿ ਉਹ ਆਪਣਾ ਪੱਖ ਦੇ ਸਕਣ। ਫੋਰ ਐਨ ਐਗਜ਼ਾਮਪਲ, ਇੱਕ ਘਰ ਦੇ ਵਿੱਚ ਮੰਨ ਲਓ ਕਿ ਬਹੁਤ ਲੜਾਈ ਹੁੰਦੀ ਆ। ਹੁਣ ਮੇਰਾ ਘਰ ਉਹਨਾਂ ਦੇ ਗੁਆਂਢ ਦੇ ਵਿੱਚ ਆ। ਮੈਂ ਆਪਣੇ ਘਰ ਦੇ ਵਿੱਚ ਬੈਠੀ ਉਹਨਾਂ ਦਾ ਜਿਹੜਾ ਰੌਲਾ ਗੌਲਾ ਹੈ ਨਾ, ਉਹਨੂੰ ਦੇਖ ਕੇ, ਉਹਨੂੰ ਸੁਣ ਕੇ ਕੰਨਾਂ ਨਾਲ, ਤਾਂ ਮੈਂ ਇਹ ਕਹੀ ਜਾਂਦੀ ਹਾਂ ਕਿ ਉਹਨਾਂ ਦੇ ਘਰ 'ਚ ਲੜਾਈ ਬਹੁਤ ਹੁੰਦੀ ਆ, ਉਹਨਾਂ ਦੇ ਪਰਿਵਾਰ ਨੂੰ ਅਕਲ ਨਹੀਂ ਹੈਗੀ, ਉਹਨਾਂ ਦੇ ਪਰਿਵਾਰ 'ਚ ਏਕਾ ਨਹੀਂ ਹੈਗਾ। ਮੈਂ ਆਪਣੇ ਵੱਲੋਂ ਇਹ ਬਣਾਈ ਜਾਂਦੀ ਹਾਂ। ਫਾਈਨਲੀ ਮੈਨੂੰ ਪਤਾ ਲੱਗਦਾ ਕਿ ਅਸਲ 'ਚ ਉਹ ਲੜਾਈ ਨਹੀਂ, ਉਹਨਾਂ ਦਾ ਤਾਂ ਤਰੀਕਾ ਹੀ, ਉਹਨਾਂ ਦੀ ਆਵਾਜ਼ ਹੀ ਇੱਦਾਂ ਦੀਆਂ ਸਾਰੇ ਟੱਬਰ ਦੀ ਕਿ ਜਦੋਂ ਉਹ ਬੋਲਦੇ ਆ ਨਾ ਤਾਂ ਇੰਝ ਲੱਗਦਾ ਜਿੱਦਾਂ ਇੱਕ ਦੂਜੇ ਨਾਲ ਲੜ ਰਹੇ ਹੁੰਦੇ। ਇਹੋ ਜਿਹੇ ਕਈ ਪਰਿਵਾਰ ਹੁੰਦੇ ਆ ਨਾ। ਤਾਂ ਕਿੰਨਾ ਚੰਗਾ ਹੁੰਦਾ ਜੇ ਮੈਂ ਆਪਣਾ ਇੱਕ ਮਤ, ਆਪਣੀ ਇੱਕ ਆਈਡੀਓਲੋਜੀ ਜਾਂ ਆਪਣੀ ਇੱਕ ਆਈਡੀਆ ਬਣਾਉਣ ਤੋਂ, ਇੱਕ ਨੋਸ਼ਨ ਬਣਾਉਣ ਤੋਂ ਪਹਿਲਾਂ ਮੈਂ ਉਹਨਾਂ ਦੇ ਪਰਿਵਾਰ ਨੂੰ ਪੁੱਛ ਲੈਂਦੀ ਕਿ ਤੁਹਾਡੇ ਪਰਿਵਾਰ 'ਚ ਕੋਈ ਪ੍ਰੋਬਲਮ ਹੈ ਜੀ। ਮੈਨੂੰ ਇੰਝ ਲੱਗਦਾ, ਮੈਂ ਰੌਲਾ ਸੁਣਦੀ ਹਾਂ, ਮੈਨੂੰ ਇਸ ਤਰ੍ਹਾਂ ਲੱਗਦਾ ਕਿ ਸ਼ਾਇਦ ਤੁਹਾਡੀ ਇਹ ਪ੍ਰੋਬਲਮ ਹੈਗੀ ਆ, ਅਤੇ ਅੱਗੋਂ ਜਵਾਬ ਮੈਨੂੰ ਦਿੰਦੇ, ਬਜਾਏ ਇਹਦੇ ਕਿ ਮੈਂ ਇੱਕ ਝੂਠਾ ਜਿਹਾ ਨੈਰੇਟਿਵ ਆਪਣੇ ਦਿਮਾਗ, ਆਪਣੇ ਮਾਈਂਡ ਦੇ ਵਿੱਚ ਸਿਰਜ ਕੇ ਉਹਨੂੰ ਅੱਗੇ ਫੈਲਾਉਂਦੀ ਰਹਿੰਦੀ। ਇਸ ਕਰਕੇ ਜਿਹੜਾ ਇਹ ਵਾਲਾ ਸਵਾਲ ਹੈ ਨਾ, ਮੈਂ ਉਹ ਨਿਹੰਗ ਸਿੰਘਾਂ ਨੂੰ ਹੀ ਕੀਤਾ ਸੀਗਾ ਕਿ ਤੁਸੀਂ ਹੀ ਇਹਦਾ ਜਵਾਬ ਦਿਓ। ਸਵਾਲ ਕਰਨਾ ਕੋਈ ਮਾੜੀ ਗੱਲ ਨਹੀਂ ਹੁੰਦੀ। ਮਾੜੀ ਗੱਲ ਕਿੱਥੇ ਆਉਂਦੀ ਹੈ ਕਿ ਜਦੋਂ ਅਸੀਂ ਉਹ ਆਪੇ ਸਵਾਲ ਕਰਦੇ ਹਾਂ ਅਤੇ ਫਿਰ ਆਪੇ ਜਵਾਬ ਦੇਣਾ ਸ਼ੁਰੂ ਕਰ ਦਿੰਦੇ ਹਾਂ। ਪ੍ਰੋਬਲਮ ਉੱਥੇ ਆਉਂਦੀ ਆ। ਅਸੀਂ ਇਹ ਸਮਝਣਾ ਸ਼ੁਰੂ ਕਰ ਦਿੰਦੇ ਹਾਂ ਕਿ ਸਾਨੂੰ ਹਰ ਇੱਕ ਚੀਜ਼ ਆਉਂਦੀ ਆ, ਸਾਨੂੰ ਸਭ ਕੁਛ ਪਤਾ ਆ, ਔਰ ਜੋ ਮੇਰੀ ਨੌਲੇਜ ਆ ਉਸ ਤੋਂ ਅੱਗੇ ਕਿਸੇ ਦੀ ਨੌਲੇਜ ਨਹੀਂ ਹੋ ਸਕਦੀ। ਇੱਦਾਂ ਨਹੀਂ ਹੁੰਦਾ। ਜਿਹੜੀਆਂ ਟਰਡੀਸ਼ਨਸ ਹੁੰਦੀਆਂ ਨਾ, ਜਿਹੜੀਆਂ ਪਰੰਪਰਾਵਾਂ ਹੁੰਦੀਆਂ, ਉਹਨਾਂ ਦੀਆਂ ਰੂਟਸ, ਉਹਨਾਂ ਦੀਆਂ ਜੜ੍ਹਾਂ ਬਹੁਤ ਗਹਿਰੀਆਂ ਹੁੰਦੀਆਂ ਆ। ਮੈਂ ਕੁਝ ਸਮਾਂ ਪਹਿਲਾਂ ਦੀ ਗੱਲ ਕਰਦੀ ਹਾਂ ਤੁਹਾਡੇ ਨਾਲ। ਤਾਂ ਮੈਂ ਇੱਕ ਕਿਤਾਬ ਲਿਖ ਰਹੀ ਸੀਗੀ, ਮੇਰੀ ਰਿਸਰਚ ਮੈਂ ਕਰ ਰਹੀ ਸੀਗੀ, ਅਤੇ ਮੈਂ ਕਿਸੇ ਪਰਟੀਕੂਲਰ ਇੱਕ ਜਾਨਰ ਦੇ ਉੱਤੇ ਕਿਤਾਬ ਲਿਖ ਰਹੀ ਸੀਗੀ। ਵਿੱਚ ਗੱਲ ਆ ਗਈ ਅਘੋਰੀ ਸਾਧੂਆਂ ਦੀ। ਹੁਣ ਉਹ ਜਿਹੜੇ ਅਘੋਰੀ ਸਾਧੂ ਹੁੰਦੇ ਆ ਨਾ, ਉਹਨਾਂ ਬਾਰੇ ਬੜੀਆਂ ਚੀਜ਼ਾਂ ਜਿਹੜੀਆਂ ਉਹ ਪ੍ਰਚਲਿਤ ਆ ਕਿ ਉਹ ਇੱਦਾਂ ਹਿੰਦੂਆਂ ਦੇ ਵਿੱਚ ਇੱਕ ਬਹੁਤ ਵੱਡਾ ਇੱਕ ਤਬਕਾ ਹੈ ਅਘੋਰੀ ਸਾਧੂਆਂ ਦਾ, ਅਤੇ ਉਹਨਾਂ ਦੇ ਵਿੱਚ ਬਹੁਤ ਕੁਛ ਪ੍ਰਚਲਿਤ ਆ ਜੋ ਸਾਨੂੰ ਆਮ ਬੰਦੇ ਨੂੰ ਸੁਣ ਕੇ ਠੀਕ ਨਹੀਂ ਲੱਗਦਾ। ਜਿੱਦਾਂ ਕਿ ਉਹ ਹਰਿਦੁਆਰ ਦੇ ਵਿੱਚ ਉਹ ਅਕਸਰ ਹੁੰਦੇ ਆ, ਜਾਂ ਬਾਕਾਇਦਾ ਉਹਨਾਂ ਦੀ ਇੱਕ ਜਿਹੜੀ ਲਾਸ਼ ਦੇ ਉੱਤੇ ਬੈਠ ਕੇ ਵੀ ਉਹ ਆਪਣੀ ਕਰਦੇ ਆ, ਜੋ ਵੀ ਉਹਨਾਂ ਦੀ ਇੱਕ ਅਭਿਆਸ ਹੁੰਦਾ ਹੈ ਉਹ ਕਰਦੇ ਆ। ਹੁਣ ਇਸ ਗੱਲ ਨੂੰ ਜਦੋਂ ਮੈਨੂੰ ਪਤਾ ਲੱਗਾ, ਤਾਂ ਜਿਸ ਬੰਦੇ ਨੇ ਮੈਨੂੰ ਦੱਸਿਆ ਉਹਨੇ ਮੈਨੂੰ ਬੜਾ ਪੋਜ਼ੀਟਿਵ ਬਣਾ ਕੇ ਦੱਸਿਆ ਕਿ ਇਹ ਬਹੁਤ ਪੋਜ਼ੀਟਿਵ ਹੁੰਦਾ ਆ। ਅਤੇ ਜਿਹੜਾ ਮੇਰਾ ਇੱਕ ਰੈਸ਼ਨਲ ਮਾਈਂਡ ਆ ਉਹ ਕਹਿ ਰਿਹਾ ਸੀਗਾ ਕਿ ਨਹੀਂ ਯਾਰ, ਇਹ ਕਿੱਦਾਂ ਹੋ ਸਕਦਾ। ਸੋ ਮੈਂ ਇਹ ਨਹੀਂ ਕਿ ਮੈਂ ਉੱਥੇ ਖੜ ਜਾਵਾਂ, ਉੱਥੇ ਜੜ ਹੋ ਜਾਵਾਂ, ਜਾਂ ਮੈਂ ਉਹਦੀ ਗੱਲ ਦੇ ਵਿੱਚ ਆ ਜਾਂ ਮੈਂ ਆਪਣੇ ਦਿਮਾਗ ਨਾਲ ਸੁਣ ਲਾਂ। ਨਹੀਂ, ਬਾਕਾਇਦਾ ਉਹਨਾਂ ਜਿਹੜੇ ਉਹ ਅਘੋਰੀ ਹੈ ਉਹਨਾਂ ਦੀਆਂ ਇੰਟਰਵਿਊਜ਼ ਕਰਨੀਆਂ ਜ਼ਰੂਰੀ ਆ, ਉਹਨਾਂ ਨੂੰ ਪੁੱਛਣਾ ਜ਼ਰੂਰੀ ਆ ਕਿ ਤੁਹਾਡੀ ਇਹ ਪੱਧਤੀ ਕਿਉਂ ਆ। ਹੁਣ ਮੈਂ ਐਗਜ਼ਾਮਪਲ ਕਿਉਂ ਦਿੱਤੀ ਆ? ਉਹ ਐਗਜ਼ਾਮਪਲ ਸਿਰਫ ਇਸ ਲਈ ਦਿੱਤੀ ਆ ਕਿ ਕੁਛ ਚੀਜ਼ਾਂ ਐਸੀਆਂ ਹੁੰਦੀਆਂ ਜੋ ਸਾਡੇ ਲਈ ਪਹਿਲੀ ਵਾਰੀ ਦਿਖਦੀਆਂ ਆ, ਸਾਨੂੰ ਪਹਿਲੀ ਵਾਰੀ ਸਮਝ ਆਉਂਦੀਆਂ, ਜਾਂ ਪਤਾ ਹੀ ਨਹੀਂ ਹੁੰਦਾ ਕਿ ਕੀ ਆ। ਤੋਂ ਬਜਾਏ ਇਹਦੇ ਕਿ ਅਸੀਂ ਆਪਣਾ ਇੱਕ ਮਾਪਦੰਡ ਜਾਂ ਆਪਣਾ ਇੱਕ ਦਿਮਾਗ ਬਣਾ ਲਈਏ ਉਸ ਪਾਸੇ ਨੂੰ ਕਿ ਇਹੀ ਹੋਣਾ ਆ, ਬਜਾਏ ਇਹਦੇ ਸਾਨੂੰ ਚੰਗਾ ਇਹ ਹੋਊਗਾ ਕਿ ਅਸੀਂ ਐਟਲੀਸਟ ਉਹਨਾਂ ਨੂੰ ਪੜ੍ਹਨਾ ਸ਼ੁਰੂ ਕਰੀਏ। ਇੱਕ ਵਾਰੀ ਤੁਸੀਂ ਪੜ੍ਹ ਲਿਆ, ਰਿਸਰਚ ਕਰ ਲਿਆ, ਤੁਸੀਂ ਉਹਨਾਂ ਲੋਕਾਂ ਨੂੰ ਮਿਲ ਲਏ ਜਿਹੜੇ ਉਹ ਪਰੰਪਰਾਵਾਂ ਦਾ ਹਿੱਸਾ ਨੇ। ਉਸ ਤੋਂ ਬਾਅਦ ਜੇ ਤੁਸੀਂ ਉਹਨਾਂ ਪਰੰਪਰਾਵਾਂ ਦਾ ਖੰਡਨ ਕਰਨਾ ਚਾਹੁੰਦੇ ਆ ਤਾਂ ਕਰ ਸਕਦੇ ਆ, ਕੋਈ ਪ੍ਰੋਬਲਮ ਨਹੀਂ। ਆਹੀ ਹੁਣ ਜਦੋਂ ਨਿਹੰਗ ਸਿੰਘਾਂ ਦੀ ਜਿਹੜੀ ਉਹ ਸ਼ਹੀਦੀ ਮਿਸਲਾਂ ਨੂੰ ਜਿਹੜੇ ਮੰਨਦੇ ਨੇ, ਹੁਣ ਉਹ ਕਿਉਂ ਮੰਨਦੇ ਨੇ, ਕਿਵੇਂ ਮੰਨਦੇ ਨੇ, ਉਹਦੇ ਪਿੱਛੇ ਉਹਨਾਂ ਦਾ ਆਈਡੀਆ ਕੀ ਆ, ਜਦ ਤੱਕ ਆਪਾਂ ਇਹਨੂੰ ਪ੍ਰੋਪਰ ਤਰੀਕੇ ਨਾਲ ਰੀਡ ਕਰਕੇ, ਰਿਸਰਚ ਕਰਕੇ ਉਹਨਾਂ ਦੀ ਪ੍ਰੈਕਟੀਕੈਲਿਟੀ ਨੂੰ ਨਹੀਂ ਸਮਝ ਲੈਂਦੇ,
ਉਹ ਇੱਥੇ ਬੈਠੇ ਮੈਂ ਵੀ ਕਰਨਾ ਸ਼ੁਰੂ ਕਰਦਾ ਕਿ ਨਹੀਂ ਜੀ ਇਹ ਤਾਂ ਗਲਤ ਹੁੰਦਾ ਜੀ, ਸਿੱਖਾਂ ਦੇ ਵਿੱਚ ਐਵੇਂ ਨਹੀਂ ਹੁੰਦਾ। ਉਹ ਦੈਟ ਡਜ਼ਨਟ ਮੇਕ ਐਨੀ ਸੈਂਸ। ਹੋ ਸਕਦਾ ਕਿ ਮੈਂ ਜਦੋਂ ਉਹ ਮੈਨੂੰ ਆਪਣਾ ਜਵਾਬ ਦੇ ਦੇਣ, ਮੈਂ ਪੂਰੀ ਤਰ੍ਹਾਂ ਪੜ੍ਹ ਲਵਾਂ, ਸਮਝ ਲਵਾਂ, ਅਤੇ ਸਮਝਣ ਤੋਂ ਬਾਅਦ ਮੈਂ ਇੱਕ ਤਰਕ ਦੇ ਨਾਲ ਉਹਨਾਂ ਦੀ ਇਸ ਗੱਲ ਨੂੰ ਖੰਡਨ ਕਰਾਂ। ਪਰ ਉਹ ਖੰਡਨ ਜਿਹੜਾ ਆ ਉਹ ਲੌਜੀਕਲ ਖੰਡਨ ਹੋਊਗਾ। ਜੇ ਮੈਂ ਇੱਦਾਂ ਹੀ ਆਪਣੀ ਮਰਜ਼ੀ ਨਾਲ ਹੀ ਖੰਡਨ ਕਰੀ ਜਾਵਾਂ ਤਾਂ ਫਿਰ ਉਹਦਾ ਕੋਈ ਲੌਜਿਕ ਬਣਦਾ ਨਹੀਂ। ਮੈਨੂੰ ਕੱਲ੍ਹ ਕਿਸੇ ਨੇ ਕਿਸੇ ਕੋਈ ਇੱਕ ਰੇਡੀਓ ਚੈਨਲ ਹੈ, ਉਹਨਾਂ ਦੀ ਕੋਈ ਵੀਡੀਓ ਭੇਜੀ ਕਿ ਦੇਖੋ ਜੀ ਉਹਨਾਂ ਨੇ ਕਿਹਾ ਹੋਇਆ ਕਿ ਰੱਬ ਕਿੱਥੇ ਹੈ, ਇਹਦੇ ਬਾਰੇ ਸੋਚਣਾ ਛੱਡ ਦਿਓ, ਤੁਸੀਂ ਆਪਣੀਆਂ ਜਿਹੜੀਆਂ ਤੁਹਾਡੀਆਂ ਜ਼ਿੰਮੇਵਾਰੀਆਂ ਉਹ ਪੂਰੀਆਂ ਕਰਨੀਆਂ ਸ਼ੁਰੂ ਕਰ ਦਿਓ, ਰੱਬ ਕਿਵੇਂ ਮਿਲਣਾ ਸੋਚਣਾ ਛੱਡ ਦਿਓ। ਅਤੇ ਉਹਨਾਂ ਮੈਨੂੰ ਕਿਹਾ, ਕਹਿੰਦੇ ਤੁਹਾਡਾ ਇਹਦੇ ਬਾਰੇ ਕੀ ਰਾਏ ਆ। ਹੁਣ ਮੈਂ ਉਹਨਾਂ ਨੂੰ ਕੀ ਕਹਾਂ। ਮੈਂ ਉਹਨਾਂ ਨੂੰ ਇਹ ਗੱਲ ਕਹੀ ਕਿ ਦੇਖੋ ਜਿਹੜਾ ਇਹ ਕਹਿੰਦਾ ਆ ਕਿ ਛੱਡ ਦਿਓ ਜਿਹੜਾ ਸੋਚਣਾ, ਹੁਣ ਉਹ ਉਹਨਾਂ ਦੀ ਆਪਣੀ ਆਈਡੀਓਲੋਜੀ ਹੈ, ਠੀਕ ਆ, ਉਹ ਉਹਨਾਂ ਨੂੰ ਮੁਬਾਰਕ। ਮੇਰੀ ਆਈਡੀਓਲੋਜੀ ਆ ਕਿ ਮੇਰੀ ਕਿਉਰਿਓਸਿਟੀ ਹੈਗੀ ਆ ਕਿ ਇਸ ਪੂਰੇ ਬ੍ਰਹਿਮੰਡ ਨੂੰ ਕਿਹੜੀ ਐਨਰਜੀ ਚਲਾ ਰਹੀ ਆ, ਮੈਂ ਉਹਨੂੰ ਲੱਭਣਾ ਚਾਹੁੰਦੀ ਹਾਂ। ਇਹ ਮੇਰੀ ਆਈਡੀਓਲੋਜੀ ਆ, ਠੀਕ ਆ, ਤਾਂ ਇਹ ਮੈਨੂੰ ਮੁਬਾਰਕ ਹੈ ਨਾ। ਹੁਣ ਜੇ ਮੈਂ ਉਹਨਾਂ ਦੀ ਆਈਡੀਓਲੋਜੀ ਖੰਡੀ ਜਾਵਾਂ ਕਿ ਨਹੀਂ ਉਹ ਬੇਵਕੂਫ ਲੋਕ ਨੇ, ਉਹ ਮੇਰੀ ਆਈਡੀਓਲੋਜੀ ਖੰਡੀ ਜਾ ਕਿ ਇਹ ਬੇਵਕੂਫ ਔਰਤ ਹੈ, ਸੋ ਦੈਟ ਡਜ਼ਨਟ ਮੇਕ ਐਨੀ ਸੈਂਸ। ਉਹ ਸਾਡੇ 'ਚ ਸਿਰਫ ਇੱਕ ਕੌਨਫਲਿਕਟ ਵਧਾਉਂਦਾ ਆ। ਇੰਨੀ ਸਾਰੀ ਇਹ ਭਾਸ਼ਣ ਦੇਣ ਦਾ ਮਤਲਬ ਸਿਰਫ ਇੰਨਾ ਕੁ ਸੀ ਕਿ ਜਿਹੜਾ ਆਪ ਹੁਦਰਾਪਨ, ਇਹ ਅਕਸਰ ਇਹ ਗੱਲ ਬਹੁਤ ਲੋਕਾਂ ਨੂੰ ਬੁਰੀ ਲੱਗੂਗੀ ਸ਼ਾਇਦ, ਪਰ ਜਿੰਨਾ ਆਪ ਹੁਦਰਾਪਨ ਸਾਡੇ ਸਿੱਖਾਂ 'ਚ ਹੈ ਨਾ, ਓਨਾ ਸ਼ਾਇਦ ਕਿਸੇ ਹੋਰ ਦੇ ਵਿੱਚ ਹੈ ਨਹੀਂ। ਅਸੀਂ ਹਰ ਇੱਕ ਚੀਜ਼ ਨੂੰ ਆਪਣੇ ਪੈਮਾਨੇ ਦੇ ਉੱਤੇ, ਆਪਣੀ ਕਸੌਟੀ ਉੱਤੇ ਪਰਖਦੇ ਹਾਂ, ਔਰ ਉਸ ਤੋਂ ਬਾਅਦ ਅਸੀਂ ਆਪਣੇ ਤਰੀਕੇ ਦੇ ਨਾਲ ਉਸ ਨੂੰ ਉਹਦਾ ਖੰਡਨ ਵੀ ਕਰਦੇ ਹਾਂ, ਉਹਨੂੰ ਮੰਨ ਵੀ ਲੈਂਦੇ ਹਾਂ। ਜਿਹੜੀ ਚੀਜ਼ ਸਾਨੂੰ ਆਪਣੇ ਅਕੋਰਡਿੰਗ ਠੀਕ ਲੱਗਦੀ ਅਸੀਂ ਉਹਨੂੰ ਮੰਨ ਲੈਂਦੇ ਹਾਂ, ਜਿਹੜੀ ਸਾਨੂੰ ਲੱਗਦੀ ਕਿ ਨਹੀਂ ਇਹ ਮੇਰੇ ਮਾਪਦੰਡ 'ਚ ਨਹੀਂ ਆਉਂਦੀ, ਉਹ ਅਸੀਂ ਰਿਜੈਕਟ ਕਰ ਦਿੰਦੇ ਹਾਂ। ਇੰਝ ਨਹੀਂ ਹੁੰਦਾ। ਸਾਨੂੰ ਹਰ ਇੱਕ ਚੀਜ਼ ਨੂੰ ਪਰਖਣ ਲਈ ਸਭ ਤੋਂ ਪਹਿਲਾਂ ਉਹਨੂੰ ਥੋਰੋਲੀ ਉਹਦੇ ਬਾਰੇ ਜਾਣਨਾ ਬਹੁਤ ਜ਼ਰੂਰੀ ਆ, ਚਾਹੇ ਉਹ ਕੁਛ ਵੀ ਹੋਏ। ਤੁਸੀਂ ਕਿਰਨ ਨੂੰ ਵੀ ਅਗਰ ਖੰਡਣਾ ਹੈ ਨਾ ਵੀ ਇਹਦੇ ਪੱਲੇ ਕੁਛ ਨਹੀਂ ਹੈਗਾ, ਕਰ ਸਕਦੇ ਹਾਂ, ਕੋਈ ਪ੍ਰੋਬਲਮ ਨਹੀਂ, ਪਰ ਤੁਹਾਨੂੰ ਪ੍ਰੋਪਰ ਪਤਾ ਹੋਣਾ ਚਾਹੀਦਾ ਕਿ ਮੈਂ ਕੀ ਹਾਂ, ਹੈ ਨਾ। ਜਿਹੜਾ ਅਸੀਂ ਇੱਕ ਦੂਜੇ ਦੇ ਉੱਤੇ ਐਵੇਂ ਹੀ ਇਲਜ਼ਾਮ ਲਾ ਦਿੰਦੇ ਨਾ ਕਿ ਫਲਾਣਾ ਵੀ ਵਿਕ ਗਿਆ, ਉਹ ਕਿਉਂ ਕਰਦੇ ਹਾਂ? ਕਿਉਂਕਿ ਅਸੀਂ ਆਪ ਹੁਦਰੇ ਹੋਏ ਪਏ ਹਾਂ। ਸਾਨੂੰ ਲੱਗਦਾ ਕਿ ਜੋ ਮੇਰੇ ਦਿਮਾਗ 'ਚ ਆ ਗਈ ਨਾ ਗੱਲ, ਜੇ ਮੈਨੂੰ ਲੱਗ ਰਿਹਾ ਕਿ ਬੰਦਾ ਵਿਕਿਆ ਹੋਇਆ ਤਾਂ ਫਿਰ ਵਿਕਿਆ ਹੀ ਹੋਇਆ, ਉਹ ਅਸੀਂ ਸਟੈਂਪ ਕਰ ਦਿੰਦੇ ਹਾਂ ਉਹਨੂੰ। ਇੰਝ ਨਹੀਂ ਹੁੰਦਾ। ਤੁਸੀਂ ਪਹਿਲਾਂ ਦੇਖੋ ਉਸ ਬੰਦੇ ਦੀਆਂ ਜੜ੍ਹਾਂ ਕੀ ਨੇ। ਔਰ ਹਾਂ, ਇੱਕ ਇਹ ਵੀ ਗੱਲ ਮੈਂ ਇੱਥੇ ਕਹਿ ਦਾਂ, ਜਿਹੜਾ ਮੈਂ ਰਿਸਰਚ ਕਰਨ ਦੀ ਗੱਲ ਕਰਦੀ ਹਾਂ ਨਾ, ਜਿਹੜੀ ਮੈਂ ਰੀਡ ਕਰਨ ਦੀ ਗੱਲ ਕਰਦੀ ਹਾਂ, ਉਹ ਫੇਸਬੁੱਕ, ਵਟਸਐਪ ਅਤੇ ਜਿਹੜੀਆਂ ਵਿਕੀਪੀਡੀਆ ਯੂਨੀਵਰਸਿਟੀ ਹੈ ਇਹਦੇ ਉੱਤੇ ਨਹੀਂ। ਕਿਉਂਕਿ ਵਿਕੀਪੀਡੀਆ ਵੀ ਇੱਕ ਐਸਾ ਪਲੇਟਫਾਰਮ ਆ ਜਿਹਦੇ ਉੱਤੇ ਬਹੁਤ ਸਾਰੀ ਇਨਫੋਰਮੇਸ਼ਨ ਹੁੰਦੀ ਆ, ਬਟ ਉਹ ਇਨਫੋਰਮੇਸ਼ਨ ਨੂੰ ਵੀ ਕ੍ਰੋਸ ਚੈੱਕ ਕਰਨਾ ਬਹੁਤ ਜ਼ਰੂਰੀ ਆ। ਔਰ ਵਟਸਐਪ ਔਰ ਫੇਸਬੁੱਕ ਦੇ ਉੱਤੇ ਤਾਂ ਸਾਰੇ ਆਪਣੇ ਅੱਜ ਕੱਲ੍ਹ ਸਾਰੇ ਹੀ ਗਿਆਨੀ ਆ ਆਪਾਂ, ਅਤੇ ਉਹਦੇ ਉੱਤੇ ਅਸੀਂ ਆਪਣਾ ਗਿਆਨ ਜਿਹੜਾ ਉਹ ਵੰਡਦੇ ਰਹਿੰਦੇ ਹਾਂ। ਸੋ ਬੈਟਰ ਇਹ ਆ ਕਿ ਚਾਹੇ ਸਾਡੇ 'ਚ ਕਿੰਨੀਆਂ ਮਰਜ਼ੀ ਪ੍ਰੋਬਲਮਸ ਹੋਣ, ਸਾਨੂੰ ਲੱਗੇ ਆਹ ਗਲਤ ਆ ਉਹ ਗਲਤ ਆ ਵਾਟ ਐਵਰ, ਪਰ ਆਪਾਂ ਉਹਨੂੰ ਇੱਕ ਪ੍ਰੋਪਰ ਤਰੀਕੇ ਨਾਲ ਸਮਝੀਏ। ਇਸ ਕਰਕੇ ਜਿਹੜਾ ਇਹ ਨਿਹੰਗ ਸਿੰਘਾਂ ਦਾ ਕੁਐਸਚਨ ਹੈ, ਇਹ ਉਹੀ ਪ੍ਰੋਪਰ ਦੱਸ ਸਕਦੇ ਆ। ਕਿਉਂਕਿ ਜੇ ਮੈਂ ਜਵਾਬ ਦੇਣਾ, ਮੰਨ ਲਓ ਕਿ ਸਾਨੂੰ ਇਹਦਾ ਜਵਾਬ 2 ਹਫ਼ਤਿਆਂ ਤੱਕ ਨਹੀਂ ਆਉਂਦਾ, ਫਿਰ ਮੈਂ ਪੜ੍ਹਨਾ ਸ਼ੁਰੂ ਕਰੂੰਗੀ। ਫਿਰ ਮੈਂ ਬਕਾਇਦਾ ਨਿਹੰਗ ਸਿੰਘ ਜਿਹੜੇ ਹੈਗੇ ਆ, ਜੋ ਅਗਰ ਮੇਰੇ ਕੰਟੈਕਟ ਵਿੱਚ ਨਹੀਂ ਵੀ ਨੇ, ਤਾਂ ਮੈਂ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਕੰਟੈਕਟ ਕਰਕੇ ਆਈ ਟਰਾਈ ਟੂ ਅੰਡਰਸਟੈਂਡ ਕਿ ਉਹਨਾਂ ਦੀ ਪਰੰਪਰਾ ਕੀ ਆ, ਉਹ ਪਰੰਪਰਾਵਾਂ ਦੀ ਜੜ੍ਹ ਕਿੱਥੇ ਆ। ਮੈਂ ਇਹ ਬਕਾਇਦਾ ਰਿਸਰਚ ਕਰਕੇ ਤੁਹਾਡੇ ਕੋਲ ਆਨਸਰ ਲੈ ਕੇ ਆਉਂਗੀ ਕਿ ਆਹ ਮੇਰਾ ਰਿਸਰਚਡ ਆਨਸਰ ਹੈ ਜੀ। ਹਵਾ ਦੇ ਵਿੱਚ ਆਨਸਰ ਦੇ ਦੇਣਾ ਇਹ ਮੇਰੇ ਕੋਲੋਂ ਨਹੀਂ ਹੁੰਦਾ। ਇਸ ਕਰਕੇ ਮੈਂ ਇਹ ਸਵਾਲ ਨਿਹੰਗ ਸਿੰਘ ਜਥੇਬੰਦੀਆਂ ਦੇ ਪੱਲੇ 'ਚ ਸੁੱਟਿਆ ਸੀਗਾ। ਅਗਲਾ ਸਵਾਲ ਜੇ ਆਪਾਂ ਉਹਦੇ 'ਤੇ ਆਈਏ, ਉਹ ਹੈ ਅਰਜੁਨ ਕੋਹਲੀ ਹੀ, ਉਹੀ ਜਿਨ੍ਹਾਂ ਦਾ ਪਹਿਲਾ ਸਵਾਲ ਸੀ ਉਹਨਾਂ ਦਾ ਹੀ ਇਹ ਦੂਜਾ ਸਵਾਲ ਹੈ। ਉਹ ਲਿਖਦੇ ਨੇ ਕਿ ਜੰਗ ਨੂੰ ਅਜੇ ਦੇ ਸਮੇਂ ਸਮਾਜ ਸਾਨੂੰ ਕਿੰਨੀ ਕੁ ਜਗ੍ਹਾ ਦੇਣੀ ਚਾਹੀਦੀ ਹੈ। ਕੀ ਅਸੀਂ ਬਹੁਤ ਖੂਨ ਨਹੀਂ ਦੇਖ ਲਿਆ? ਅਸੀਂ ਖਾਲਿਸਤਾਨ ਦੀ ਮੰਗ ਕਰਕੇ ਦੁਬਾਰਾ 1984 ਨਹੀਂ ਸਹੇੜ ਰਹੇ? ਐਜ਼ ਪਰ ਯੋਰ ਵੀਡੀਓਜ਼ ਵਿਦ ਮਖੂ ਸਰ, ਸੰਤ ਜਰਨੈਲ ਸਿੰਘ ਨੈਵਰ ਵਾਂਟਡ ਖਾਲਿਸਤਾਨ ਬਟ ਇੰਦਰਾ ਗਾਂਧੀ ਵਾਂਟਡ ਟੂ ਗਿਵ ਹਿਮ ਵਨ। ਹੁਣ ਇਹਦੇ ਵਿੱਚ ਉਹਨਾਂ ਨੇ 3 ਸਵਾਲ ਕੀਤੇ ਆ, ਅਤੇ 3 ਸਵਾਲਾਂ ਦੇ ਜਿਹੜੇ ਹੈਗੇ ਆ ਉਹ ਅਲੱਗ-ਅਲੱਗ ਆਨਸਰਸ ਆ। ਇਹੀ ਚੀਜ਼ ਜਿਹੜੀ ਆਪਾਂ ਨੂੰ ਸਮਝਣੀ ਪਊਗੀ। ਸਾਨੂੰ ਆਪਣੇ ਕੁਐਸਚਨਸ ਡੀਕੋਡ ਕਰਨੇ ਪੈਣਗੇ। ਅਸੀਂ ਇੱਕੋ ਸਾਹ 'ਚ ਐਡੇ ਵੱਡੇ ਸਵਾਲ ਕਰ ਜਾਂਦੇ ਹਾਂ, ਔਰ ਇੰਨੀਆਂ ਵੱਡੀਆਂ ਆਪਾਂ ਬੁਝਾਰਤਾਂ ਪਾ ਜਾਂਦੇ ਹਾਂ ਕਿ ਪਤਾ ਨਹੀਂ ਲੱਗਦਾ ਹੈ ਨਾ ਕਿ ਇਹਦਾ ਜਵਾਬ ਕੀ ਹੋਊਗਾ। ਇੱਕ ਬੰਦਾ ਇੰਝ ਹੀ ਆਪਣੀ ਕਿਸੇ ਜਗ੍ਹਾ ਦੇ ਉੱਤੋਂ ਬੋਲਦਾ ਆ, ਤਾਂ ਉਹ ਕਹਿੰਦਾ ਜੀ ਰੱਬ ਨਹੀਂ ਹੁੰਦਾ, ਰੱਬ ਕੁਦਰਤ ਹੁੰਦੀ ਆ।
ਆਲ ਰਾਈਟ। ਹੁਣ ਉਹਨੂੰ ਜਿਹੜਾ ਇਹ ਸਵਾਲ ਆ ਜਾਂ ਇਹ ਸਟੇਟਮੈਂਟ ਆ ਵਾਟਐਵਰ, ਹੁਣ ਮੇਰੇ ਵਰਗਾ ਬੰਦਾ ਜਦੋਂ ਉੱਥੇ ਖੜਾ ਹੋਊਗਾ ਤਾਂ ਮੈਂ ਉਹਨੂੰ ਕਿੱਦਾਂ ਡੀਕੋਡ ਕਰੂੰਗੀ? ਮੈਂ ਕਹੂੰਗੀ ਫਾਈਨ, ਕੁਦਰਤ ਕੀ ਹੁੰਦੀ ਆ? ਅਤੇ ਜੇ ਉਹ ਆ ਪੂਰਾ ਨੇਚਰ ਨੂੰ ਕੁਦਰਤ ਕਿਹਾ ਜਾ ਰਿਹਾ ਆ, ਤਾਂ ਇਹ ਨੇਚਰ ਕੀ ਆ? ਇਹ ਕਿੱਦਾਂ ਹੋ ਗਿਆ ਕਿ ਇੱਕੋ ਤਰ੍ਹਾਂ ਦਾ ਜਦੋਂ ਉਹ ਜਿਹਨੂੰ ਆਪਾਂ ਕਹਿੰਦੇ ਹਾਂ ਬਿਗ ਬੈਂਗ ਥਿਊਰੀ, ਇੱਕੋ ਤਰ੍ਹਾਂ ਦਾ ਕੋਲੀਜਨ ਹੋਈ ਅਤੇ ਉਹਦੇ ਵਿੱਚੋਂ ਅਲੱਗ-ਅਲੱਗ ਤਰ੍ਹਾਂ ਦੀ ਚੀਜ਼ਾਂ ਕਿੱਦਾਂ ਬਣ ਗਈਆਂ? ਇਹ ਕਿੱਦਾਂ ਹੋ ਗਿਆ ਕਿ ਇੱਕੋ ਸਮੁੰਦਰ 'ਚ ਰਹਿਣ ਵਾਲੀਆਂ ਮੱਛੀਆਂ ਦੇ ਆਕਾਰ ਵੱਖਰੇ ਨੇ, ਰੰਗ ਵੱਖਰੇ ਨੇ, ਔਰ ਉਹਨਾਂ ਦੇ ਖਾਣ ਦੀਆਂ ਹੈਬਿਟਸ ਵੱਖਰੀਆਂ ਨੇ? ਮੈਂ ਇਹ ਸਾਰੇ ਸਵਾਲਾਂ ਨੂੰ ਉਸੇ ਇੱਕ ਸਵਾਲ ਦਾ ਹਿੱਸਾ ਲੱਭੂੰਗੀ। ਇਹ ਕਿਵੇਂ ਆ? ਬੇਸ਼ੱਕ ਮੈਗਨੈਟਿਕ ਫੀਲਡ ਹੈਗਾ, ਮੈਗਨੈਟਿਕ ਫੀਲਡ ਚਲਾ ਰਿਹਾ, ਪਰ ਇਹ ਮੈਗਨੈਟਿਕ ਫੀਲਡ ਕਦੋਂ ਖ਼ਤਮ ਹੋਊਗਾ? ਕਦੋਂ ਧਰਤੀ ਕਲੈਪਸ ਕਰ ਜੂਗੀ? ਇਹ ਸਾਰੇ ਸਵਾਲ ਮੇਰੇ ਦਿਮਾਗ 'ਚ ਆਉਣਗੇ। ਫਿਰ ਮੈਂ ਇਹਨਾਂ ਦੇ ਜਵਾਬ ਲੱਭਣੇ ਸ਼ੁਰੂ ਕਰੂੰਗੀ। ਉਹ ਜਵਾਬ ਲੱਭਦੇ ਲੱਭਦੇ ਫਿਰ ਮੈਨੂੰ ਲੱਗੂਗਾ ਕਿ ਅੱਛਾ, ਹੁਣ ਮੈਂ ਕੁਦਰਤ ਨੂੰ ਸਮਝ ਲਿਆ, ਹੁਣ ਮੈਂ ਕਾਦਰ ਵੱਲ ਜਾਵਾਂ। ਸੋ ਇਹ ਆਪਣੇ ਜਿਹੜੇ ਸਵਾਲ ਹੁੰਦੇ ਆ ਨਾ, ਜਾਂ ਜਿਹੜੀਆਂ ਸਾਡੀਆਂ ਸਟੇਟਮੈਂਟਸ ਹੁੰਦੀਆਂ, ਉਹਦੇ 'ਚ ਇੰਨੀਆਂ ਕੁ ਲੇਅਰਸ ਹੁੰਦੀਆਂ ਕਿ ਆਪਾਂ ਨੂੰ ਉਹਨਾਂ ਲੇਅਰਸ ਨੂੰ ਆਪਾਂ ਅੱਖੋਂ ਪਰੋਖੇ ਕਰ ਦਿੰਦੇ ਹਾਂ। ਜਿਹੜਾ ਇਹ ਸਵਾਲ ਵੀ ਅਰਜੁਨ ਕੋਹਲੀ ਸਾਹਿਬ ਨੇ ਕੀਤਾ, ਉਹਦੇ 'ਚ 3 ਕੁਐਸਚਨਸ ਨੇ, ਔਰ ਤਿੰਨਾਂ ਨੂੰ ਅਲੱਗ-ਅਲੱਗ ਤਰੀਕੇ ਨਾਲ ਦੇਖਣਾ ਪਊਗਾ। ਪਹਿਲਾ ਸਵਾਲ ਜਿਹੜਾ ਉਹਨਾਂ ਦਾ ਹੈਗਾ, ਵੌਰ ਯਾਨੀ ਕਿ ਜੰਗ ਨੂੰ ਕਿੰਨੀ ਕੁ ਜਗ੍ਹਾ ਦੇਣੀ ਚਾਹੀਦੀ ਆ। ਦੂਸਰਾ ਸਵਾਲ ਉਹਨਾਂ ਦਾ ਹੈ ਕਿ ਖਾਲਿਸਤਾਨ ਦੀ ਮੰਗ ਕਰਕੇ ਕੀ ਅਸੀਂ ਦੁਬਾਰਾ 1984 ਨਹੀਂ ਸਹੇੜ ਰਹੇ? ਇਹ ਦੂਜਾ ਸਵਾਲ ਮੈਂ ਦੇਖਦੀ ਹਾਂ। ਤੀਸਰਾ ਉਹਨਾਂ ਦਾ ਹੈ ਕਿ ਸੰਤ ਜੀ ਨੈਵਰ ਵਾਂਟਡ ਖਾਲਿਸਤਾਨ ਬਟ ਇੰਦਰਾ ਗਾਂਧੀ ਵਾਂਟਡ ਟੂ ਗਿਵ ਹਿਮ ਵਨ। ਹੁਣ ਇਹ 3 ਸਵਾਲ ਨੇ ਮੇਰੇ ਹਿਸਾਬ ਨਾਲ ਅਲੱਗ-ਅਲੱਗ। ਉਹਨਾਂ ਨੇ ਇੱਕੋ ਸਵਾਲ ਹੀ ਕੀਤਾ, ਬਟ ਇਹ 3 ਅਲੱਗ-ਅਲੱਗ ਸਵਾਲ ਨੇ। ਇਹਨਾਂ ਦੇ ਆਨਸਰ ਵੀ ਤਿੰਨਾਂ ਲੇਅਰਸ ਦੇ ਵਿੱਚ ਹੀ ਦਿੱਤੇ ਜਾਣਗੇ। ਫਸਟ ਜਿਹੜਾ ਆਨਸਰ ਹੈ, ਜਿਹੜੀ ਜੰਗ ਹੈ ਉਹ ਕਿੰਨੀ ਕੁ ਜਾਇਜ਼ ਹੈ? ਕਿਆ ਆਪਾਂ ਬਹੁਤ ਸਾਰਾ ਖੂਨ ਨਹੀਂ ਦੇਖ ਲਿਆ? ਕੋਹਲੀ ਸਾਹਿਬ, ਇੱਕ ਗੱਲ ਯਾਦ ਰੱਖੋ ਕਿ ਜਦੋਂ ਤੋਂ ਹਿਊਮਨ ਸੱਭਿਅਤਾ ਸ਼ੁਰੂ ਹੋਈ ਆ, ਉਦੋਂ ਤੋਂ ਹੀ ਜੰਗਾਂ ਜਿਹੜੀਆਂ ਨੇ ਉਹ ਚਾਲੂ ਰਹੀਆਂ ਨੇ। ਉਹਦਾ ਕਾਰਨ ਕੀ ਆ? ਹਾਂ, ਉਹਨਾਂ ਦਾ ਮੈਗਨੀਟਿਊਡ ਵੱਡਾ ਛੋਟਾ ਹੋ ਸਕਦਾ, ਕਿਉਂਕਿ ਜਦੋਂ ਕਬੀਲਿਆਂ ਵਿੱਚ ਰਹਿੰਦੇ ਸੀ ਉਦੋਂ ਕਬੀਲੇ ਇੱਕ ਦੂਜੇ ਨਾਲ ਭਿੜਦੇ ਸੀਗੇ। ਜਦੋਂ ਥੋੜ੍ਹੇ ਵੱਡੇ ਹੋ ਗਏ, ਦੇਸ਼ ਬਣ ਗਏ, ਫਿਰ ਦੇਸ਼ ਭਿੜਨੇ ਸ਼ੁਰੂ ਹੋ ਗਏ। ਜਦੋਂ ਫਿਰ ਕੌਂਟੀਨੈਂਟ ਬਣ ਗਏ, ਫਿਰ ਕੌਂਟੀਨੈਂਟ ਭਿੜਨੇ ਸ਼ੁਰੂ ਹੋ ਗਏ। ਫੋਰਸਿਸ ਬਣ ਗਈਆਂ, ਹੈ ਨਾ, ਅਲਾਈਜ਼ ਬਣ ਗਏ, ਫਿਰ ਉਹ ਅਲਾਈਜ਼ ਭਿੜਨੇ ਸ਼ੁਰੂ ਹੋ ਗਏ। ਸੋ ਬੇਸਿਕਲੀ ਜਿਹੜੀ ਵੌਰ ਹੈ ਨਾ, ਜਿਹੜੀ ਜੰਗ ਹੈ, ਉਹ ਇਨਸਾਨ ਦੇ ਨਾਲ ਮੁੱਢ ਕਦੀਮ ਤੋਂ ਰਹੀ ਆ। ਜਿਹੜੀ ਦੁਨੀਆ ਦੀ ਪਹਿਲੀ ਜੰਗ ਜਿਹੜੀ ਹੋਈ ਆ, ਉਹ ਮੈਸੋਪੋਟਾਮੀਅਨ ਸਿਵਲਾਈਜੇਸ਼ਨ ਦੇ ਵਿੱਚ ਆਪਾਂ ਦੇਖੀ। ਉਹ ਸਾਡੇ ਕੋਲ ਰਿਕਾਰਡਡ ਮੈਸੋਪੋਟਾਮੀਅਨ ਸਿਵਲਾਈਜੇਸ਼ਨ ਦੀ ਜੰਗ ਜਿਹੜੀ ਹੈ ਉਹ ਹੈ। ਉਹਦੇ ਵਿੱਚ ਜਦੋਂ ਸਾਰਗਨ ਸਾਰਗਨ ਦਾ ਗ੍ਰੇਟ ਜਿਹਨੂੰ ਬੋਲਦੇ ਆ, ਆਖੜ ਦਾ, ਉਹ ਬਕਾਇਦਾ ਆਪਣਾ ਇੱਕ ਯੂਨੀਫਾਈਡ ਟੈਰੀਟਰੀ ਬਣਾ ਲੈਂਦਾ, ਜਿਹਨੂੰ ਅਕੈਡੀਅਨ ਐਮਪਾਇਰ ਵੀ ਕਿਹਾ ਜਾਂਦਾ ਆ। ਉਹ ਅਕੈਡੀਅਨ ਐਮਪਾਇਰ ਬਣਾਉਣ ਤੋਂ ਬਾਅਦ ਵੀ ਕਿਤੇ ਨਾ ਕਿਤੇ ਆਪਰੈਸ਼ਨ, ਰੈਬੇਲੀਅਨ ਉਹ ਰਿਹਾ, ਹੈ ਨਾ। ਕੁਛ ਬਾਗੀ ਹੋ ਗਏ, ਫਿਰ ਉਹਨਾਂ ਨੂੰ ਉਹਨਾਂ ਬਾਗੀਆਂ ਨੂੰ ਦਬਾਉਣ ਦੇ ਲਈ ਲੜਾਈ ਲੱਗ ਗਈ। ਸੋ ਮੈਸੋਪੋਟਾਮੀਅਨ ਸਿਵਲਾਈਜੇਸ਼ਨ ਤੋਂ ਵੀ ਆਪਣੇ ਕੋਲ ਇਹਦੀ ਗੱਲ ਆਉਂਦੀ ਆ। ਅਫਰੀਕਾ ਦੇ ਜਿਹੜਾ ਸੈਂਟਰਲ ਅਫਰੀਕਾ ਆ, ਉਹਦੇ ਕਈ ਕਬੀਲੇ ਐਸੇ ਆ, ਜੇ ਤੁਸੀਂ ਉਹਨਾਂ ਦਾ ਇਤਿਹਾਸ ਪੜ੍ਹੋ, ਕਿਉਂਕਿ ਅਫਰੀਕਾ ਦੇ ਮੰਨਿਆ ਜਾਂਦਾ ਕਿ ਸਭ ਤੋਂ ਪਹਿਲਾ ਇਨਸਾਨ ਅਫਰੀਕਾ ਵਿੱਚ ਲੱਭਿਆ ਸੀਗਾ। ਅਤੇ ਜੇ ਤੁਸੀਂ ਸੈਂਟਰਲ ਅਫਰੀਕਾ ਦੇ ਕਬੀਲਿਆਂ ਦਾ ਇਤਿਹਾਸ ਪੜ੍ਹਨਾ ਸ਼ੁਰੂ ਕਰੋ, ਤੁਹਾਨੂੰ ਪਤਾ ਲੱਗੂਗਾ ਕਿ ਇੱਕ ਪਿੰਡ ਜਿਹਦੇ ਵਿੱਚ ਸਿਰਫ 10 ਘਰ ਸੀਗੇ ਅਤੇ ਦੂਸਰਾ ਪਿੰਡ ਉਹਦੇ ਵਿੱਚ ਸਿਰਫ 5 ਘਰ ਸੀਗੇ, ਉਹ ਵੀ ਆਪਸ 'ਚ ਲੜਦੇ ਸੀ, ਉਹਨਾਂ ਦੀ ਵੀ ਜੰਗ ਹੁੰਦੀ ਸੀਗੀ। ਹੁਣ ਇਹ ਜੰਗ ਜਿਹੜੀ ਹੈ ਨਾ, ਇਹ ਕਿਉਂ ਹੁੰਦੀ ਆ, ਇਹ ਸਮਝਣਾ ਬੜਾ ਜ਼ਰੂਰੀ ਆ। ਦੇਖੋ, ਜਦੋਂ ਸਿਵਲਾਈਜੇਸ਼ਨਸ ਗਰੋ ਕਰਨਗੀਆਂ ਨਾ, ਜਦੋਂ ਲੋਕ ਜ਼ਿਆਦਾ ਹੋਣਗੇ, ਨੰਬਰ ਵਧੂਗਾ, ਤਾਂ ਉਹਨਾਂ ਸਿਵਲਾਈਜੇਸ਼ਨਸ ਦੇ ਵਿੱਚ ਇੱਕ ਦੂਜੇ ਨੂੰ ਦਬਾਉਣ ਦੀ, ਜ਼ਿਆਦਾ ਜ਼ਮੀਨ ਲੈਣ ਦੀ, ਉਹ ਜਿਹੜੀ ਗਰੀਡ ਹੈ, ਜਿਹੜਾ ਹੰਕਾਰ ਔਰ ਲੋਭ, ਇਹ ਸਾਰਾ ਆਉਂਦਾ ਜਾਊਗਾ। ਉਹ ਲਾਲਚ ਆਊਗਾ ਕਿ ਮੈਂ ਹੋਰ ਲਵਾਂ, ਔਰ ਜਿਹਦੇ ਕੋਲ ਜ਼ਿਆਦਾ ਹੋ ਗਈ ਜ਼ਮੀਨ ਜਾਂ ਜਿਹਦੇ ਕੋਲ ਜ਼ਿਆਦਾ ਰਿਸੋਰਸਿਸ ਹੋ ਗਏ, ਉਹਨੂੰ ਇਹ ਲੱਗੂਗਾ ਕਿ ਮੈਂ ਇਹਨਾਂ ਤੋਂ ਸਭ ਤੋਂ ਵੱਡਾ ਹੋ ਗਿਆ, ਇਸ ਕਰਕੇ ਮੈਂ ਅਗਲੇ ਨੂੰ ਦੱਬ ਸਕਦਾ ਹਾਂ। ਹੁਣ ਜਿਹਨੂੰ ਦੱਬਿਆ ਜਾ ਰਿਹਾ, ਉਹ ਤੁਸੀਂ ਅਗਰ ਬਾਲ ਦੇ ਉੱਪਰ ਵੀ ਪ੍ਰੈਸ਼ਰ ਪਾਈ ਜਾਓ ਨਾ, ਬਾਲ ਐਟ ਦੀ ਐਂਡ ਤੁਹਾਡੇ ਥੱਲਿਓਂ ਦੀ ਨਿਕਲੂਗਾ ਹੀ ਨਿਕਲੂਗਾ। ਸੋ ਦੈਟ ਇਜ਼ ਹਾਊ ਵੌਰ ਇਜ਼। ਜਦੋਂ ਵੀ ਸਪਰੈਸ਼ਨ ਹੋਊਗਾ, ਤਾਂ ਜਦੋਂ ਵੀ ਓਪਰੈਸ਼ਨ ਹੋਊਗਾ, ਸਪਰੈਸ਼ਨ ਹੋਊਗਾ, ਰੈਬੇਲੀਅਨ ਹੋਣੀ ਹੀ ਹੋਣੀ ਆ। ਉਹਨੂੰ ਤੁਸੀਂ ਟਾਲ ਹੀ ਨਹੀਂ ਸਕਦੇ। ਜਦ ਤੱਕ ਹਿਊਮਨ ਸਿਵਲਾਈਜੇਸ਼ਨ ਹੈ, ਔਰ ਜਦੋਂ ਤੱਕ ਇਨਸਾਨ ਦੇ ਵਿੱਚ ਇੱਕ ਦੂਜੇ ਨੂੰ ਮਾਰ ਕੱਟ ਕੇ ਹੋਰ ਜ਼ਿਆਦਾ ਲੈ ਲੈਣ ਦੀ ਸ਼ਮਤਾ ਹੈਗੀ ਆ, ਜਾਂ ਇਹ ਭੁੱਖ ਹੈਗੀ ਆ ਕਿ ਮੈਂ ਉਹਦੇ ਕੋਲੋਂ ਵੀ ਖੋਹ ਲਾਂ, ਮੇਰੇ ਕੋਲ ਆ ਵੀ ਮੇਰੇ ਕੋਲ ਹੋਵੇ, ਇੱਥੋਂ ਦੇ ਪਾਣੀ ਵੀ ਮੇਰੇ ਕੋਲ ਹੋਣ, ਇੱਥੋਂ ਦਾ ਅਨਾਜ ਵੀ ਮੇਰੇ ਕੋਲ ਹੋਵੇ, ਉਦੋਂ ਤੱਕ ਜਿਹੜੀ ਆ ਉਹ ਵੌਰ ਤੁਸੀਂ ਟਾਲ ਸਕਦੇ ਹੀ ਨਹੀਂ ਆ। ਜੇ ਤੁਸੀਂ ਅੱਜ ਦੇ ਟਾਈਮ ਦੀ ਗੱਲ ਵੀ ਕਰੋ, ਜਦੋਂ ਆਪਾਂ ਬਾਇਓ ਵੌਰ ਦੀ ਗੱਲ ਕਰ ਰਹੇ ਹਾਂ ਕਿ ਆਹ ਬਾਇਓ ਵੌਰਸ ਆ,
ਉਹ ਕੀ ਆ ਬੇਸਿਕਲੀ ਕੁਝ ਇੱਕ ਲੋਕ ਨੇ, ਕੁਝ ਇੱਕ ਪੂੰਜੀਪਤੀ ਨੇ ਜਿਨ੍ਹਾਂ ਨੂੰ ਲੱਗਦਾ ਕਿ ਸਾਡੇ ਕੋਲ ਸਾਰਾ ਸਰਮਾਇਆ ਹੋਣਾ ਚਾਹੀਦਾ, ਪੂਰੀ ਵਰਲਡ ਨੂੰ ਅਸੀਂ ਕੰਟਰੋਲ ਕਰੀਏ। ਇਹ ਉਹਨਾਂ ਦਾ ਆਪਣਾ ਇੱਕ ਲਾਲਚ ਆ। ਉਸ ਲਾਲਚ ਨੂੰ ਪੂਰਾ ਕਰਨ ਲਈ ਉਹ ਪੂਰੀ ਦੁਨੀਆ ਨੂੰ ਇੱਕ ਬਾਇਓ ਵਾਰ ਦੇ ਚੱਕਰ ਦੇ ਵਿੱਚ ਧੱਕ ਦਿੰਦੇ ਆ। ਸੋ ਬੇਸਿਕਲੀ ਜਿਹੜੀ ਵਾਰ ਹੈ ਨਾ, ਉਹ ਕਦੀ ਵੀ ਜਿਹੜੇ ਵਿਚਾਰੇ ਜਿਹੜੇ ਦੱਬੇ ਹੋਏ ਲੋਕ ਹੁੰਦੇ ਉਹ ਸ਼ੁਰੂ ਨਹੀਂ ਕਰਦੇ ਹੁੰਦੇ। ਵਾਰ ਉਹ ਲੋਕ ਸ਼ੁਰੂ ਕਰਦੇ ਹੁੰਦੇ ਆ ਜਿਹੜੇ ਦਬਾਉਣ ਦੀ ਕੋਸ਼ਿਸ਼ ਕਰਦੇ ਆ, ਅਤੇ ਜਦੋਂ ਉਹ ਦਬਾਉਣ ਦੀ ਕੋਸ਼ਿਸ਼ ਕਰਦੇ ਆ ਕਿਤੇ ਨਾ ਕਿਤੇ ਕਿਸੇ ਪੁਆਇੰਟ 'ਤੇ ਜਾ ਕੇ ਇੱਕ ਪ੍ਰੈਸ਼ਰ ਬਿਲਡ ਹੁੰਦਾ ਆ, ਅਤੇ ਜਿਹੜੇ ਲੋਕ ਦੱਬੇ ਜਾ ਰਹੇ ਹੁੰਦੇ ਆ ਉਹ ਰਿਵੋਲਟ ਬੈਕ ਕਰ ਦਿੰਦੇ ਆ। ਪਰ ਕਿਉਂਕਿ ਉਹ ਵਿਚਾਰੇ ਦੱਬੇ ਕੁਚਲੇ ਲੋਕ ਸੀ, ਉਹ ਰਿਵੋਲਟ ਕਰਦੇ ਆ, ਉਹਨਾਂ ਕੋਲ ਹੋਰ ਕੋਈ ਤਰੀਕਾ ਨਹੀਂ ਹੁੰਦਾ। ਪਹਿਲਾਂ ਉਹ ਆਪਣਾ ਭੀਖ ਮੰਗਦੇ ਆ, ਜਾਂ ਜਿੱਦਾਂ ਅੱਜ ਕੱਲ੍ਹ ਆਪਾਂ ਧਰਨੇ ਵੀ ਲਾ ਰਹੇ ਹਾਂ ਉਸ ਤਰੀਕੇ ਨਾਲ ਵੀ ਕੰਮ ਕਰਦੇ ਆ। ਬਟ ਜਦੋਂ ਉਹਨਾਂ ਨੂੰ ਲੱਗਦਾ ਕਿ ਨਥਿੰਗ ਇਜ਼ ਪੋਸੀਬਲ, ਫਿਰ ਉਹ ਆਰਮਡ ਰਿਵੋਲਟ ਸ਼ੁਰੂ ਕਰਦੇ ਆ। ਔਰ ਉਸ ਟਾਈਮ ਦੇ ਉੱਤੇ ਕਿਉਂਕਿ ਜਿਹੜਾ ਜ਼ਿਆਦਾ ਪਾਵਰਫੁੱਲ ਹੈ ਉਹਦੇ ਹੱਥ 'ਚ ਸਾਰਾ ਕੁਛ ਹੈ, ਫਿਰ ਉਹ ਉਹਨਾਂ ਨੂੰ ਡਿਮੀਨ ਕਰਦਾ, ਡੈਮੋਨਾਈਜ਼ ਕਰਦਾ। ਇਹ ਦੱਸਦਾ ਕਿ ਦੇਖੋ ਇਹ ਲੋਕ ਜਿਹੜੇ ਨੇ ਇਹ ਬਾਗੀ ਨੇ। ਬਾਗੀ ਵੀ ਨਹੀਂ ਕਹਿੰਦਾ, ਫਿਰ ਉਹਨਾਂ ਨੂੰ ਅੱਤਵਾਦੀ ਕਹਿੰਦਾ ਆ। ਇਹ ਅੱਤਵਾਦੀ ਲੋਕ ਨੇ, ਹੈ ਨਾ। ਫਿਰ ਉਹਨਾਂ ਨੂੰ ਡਿਮੀਨ ਕਰਕੇ, ਡੈਮੋਨਾਈਜ਼ ਕਰਕੇ ਉਹਨਾਂ ਨੂੰ ਉਹਨਾਂ ਦੇ ਵਾਸਤੇ ਇੱਕ ਮਾਰਨ ਦਾ ਇੱਕ ਜਿਹੜਾ ਜ਼ਰੀਆ ਆ ਉਹ ਬਣਾ ਲੈਂਦੇ ਆ। ਸਾਡੇ ਨਾਲ ਇੱਦਾਂ ਹੁੰਦਾ ਰਿਹਾ ਆ। ਸੋ ਤੁਹਾਡੀ ਜਿਹੜਾ ਸਵਾਲ ਸੀਗਾ ਕਿ ਜੰਗ ਨੂੰ ਕਿੰਨੀ ਕੁ ਅਹਿਮੀਅਤ ਦੇਣੀ ਚਾਹੀਦੀ ਆ, ਤਾਂ ਜੰਗ ਨੂੰ ਤਾਂ ਵੈਸੇ ਮੇਰੇ ਵੱਲੋਂ ਕਦੀ ਵੀ ਅਹਿਮੀਅਤ ਨਹੀਂ ਦਿੱਤੀ ਜਾਣੀ ਚਾਹੀਦੀ, ਕਿਉਂਕਿ ਜੰਗਾਂ ਦੇ ਵਿੱਚ ਕਦੀ ਵੀ ਕੋਈ ਜਿੱਤਦਾ ਨਹੀਂ ਹੁੰਦਾ, ਸਿਰਫ ਪਰਿਵਾਰ ਹਾਰਦੇ ਹੁੰਦੇ ਆ। ਔਰ ਇੱਕ ਬਹੁਤ ਆਲ ਮਾਈ ਸਨਸ ਇੱਕ ਬੜਾ ਪਿਆਰਾ ਪਲੇ ਆ, ਜੇ ਕਦੀ ਮੌਕਾ ਮਿਲੇ ਤਾਂ ਉਹ ਪੜ੍ਹੋ, ਆਲ ਮਾਈ ਸਨਸ। ਉਹਦੇ ਵਿੱਚ ਹੈ ਹੀ ਇਹ ਕਿ ਜਦੋਂ ਜੰਗ ਲੱਗਦੀ ਆ ਨਾ, ਤੇ ਸਿਰਫ ਜਿਹੜੇ ਪੂੰਜੀਪਤੀ ਆ ਉਹੀ ਜਿੱਤਦੇ ਆ, ਬਾਕੀ ਸਾਰੀ ਦੁਨੀਆ ਹੀ ਹਾਰ ਜਾਂਦੀ ਆ। ਕਿਉਂਕਿ ਜਿਹੜੇ ਉੱਧਰਲੇ ਪਾਸੇ ਚਾਹੇ ਕੋਈ ਇੱਕ ਪਾਰਟੀ ਜਿੱਤ ਵੀ ਗਈ ਨਾ, ਉੱਧਰ ਵੀ ਜਿਨ੍ਹਾਂ ਘਰਾਂ ਦਾ ਨੁਕਸਾਨ ਹੋ ਗਿਆ ਉਹ ਹਾਰ ਗਏ। ਅਤੇ ਜੰਗ ਨੂੰ ਕਦੀ ਕੋਈ ਅਹਿਮੀਅਤ ਦਿੱਤੀ ਨਹੀਂ ਜਾਣੀ ਚਾਹੀਦੀ। ਪਰ ਜਦੋਂ ਤੁਹਾਡੇ ਉੱਤੇ ਕੋਈ ਤਸ਼ੱਦਦ ਕਰਦਾ ਹੈ, ਜ਼ੁਲਮ ਕਰਦਾ ਹੈ, ਤਾਂ ਉਸ ਜ਼ੁਲਮ ਦੇ ਖਿਲਾਫ ਆਵਾਜ਼ ਚੁੱਕਣਾ ਵੀ ਤੁਹਾਡਾ ਫਰਜ਼ ਬਣਦਾ ਆ। ਸਿਰਫ ਇਸ ਕਰਕੇ ਕਿ ਅਸੀਂ ਜੰਗ ਨਹੀਂ ਚਾਹੁੰਦੇ ਅਤੇ ਅਸੀਂ ਆਪਣੇ ਉੱਤੇ ਜ਼ੁਲਮ ਹੁੰਦੇ ਰਹਿਣ ਦੀਏ, ਉਹ ਪੋਸੀਬਲ ਨਹੀਂ ਹੁੰਦਾ। ਜੇ ਉੱਦਾਂ ਕਰੋਗੇ ਤਾਂ ਮਰ ਜਾਓਗੇ, ਖ਼ਤਮ ਹੋ ਜਾਓਗੇ। ਉਹ ਆਲਰੇਡੀ ਤੁਸੀਂ ਇੱਕ ਜੰਗ ਦੇ ਵਿੱਚ ਹੋਵੋਗੇ। ਸੋ ਇਸ ਕਰਕੇ ਇਸ ਗੱਲ ਦਾ ਜਵਾਬ ਸਿਰਫ ਇੰਨਾ ਕੁ, ਜੰਗਾਂ ਨੂੰ ਅਗਰ ਕੋਈ ਰੋਕ ਸਕਦਾ ਤਾਂ ਪਾਵਰਫੁੱਲ ਲੋਕ ਰੋਕ ਸਕਦੇ ਆ। ਜਿਹੜਾ ਆਲਰੇਡੀ ਸੁਪਰੈਸਡ ਬੰਦਾ ਆ ਉਹ ਨਹੀਂ ਰੋਕ ਸਕਦਾ। ਉਹ ਸਿਰਫ ਇੱਕੋ ਤਰੀਕੇ ਨਾਲ ਰੋਕ ਸਕਦਾ ਕਿ ਉਹ ਆਪਣੀ ਸੁਪਰੈਸ਼ਨ ਮੰਨ ਲਏ। ਉਹ ਮੰਨ ਲਏ ਕਿ ਤੁਸੀਂ ਮੈਨੂੰ ਮਾਰੋ, ਕੁੱਟੋ, ਮੇਰਾ ਜੋ ਮਰਜ਼ੀ ਕਰ ਦਿਓ, ਮੈਂ ਜਵਾਬ ਨਹੀਂ ਦਊਂਗਾ। ਉਹ ਮੰਨ ਲਏ, ਫਿਰ ਭਾਵੇਂ ਜੰਗ ਉਹ ਵਿਚਾਰਾ ਰੋਕ ਸਕੇ। ਅਦਰਵਾਈਜ਼ ਨਾ ਉਹ ਜੰਗ ਸ਼ੁਰੂ ਕਰਦਾ ਆ, ਨਾ ਉਹ ਜੰਗ ਰੋਕ ਸਕਦਾ ਆ। ਹਾਂ, ਆਪਣੇ ਹੱਕਾਂ ਲਈ ਉਹ ਆਵਾਜ਼ ਜ਼ਰੂਰ ਚੁੱਕਦਾ ਆ, ਜਿਹਨੂੰ ਸਪਰੈਸ ਕਰਨ ਲਈ ਇਹ ਲੋਕ ਫਿਰ ਆਪਣੀਆਂ ਫੌਜਾਂ ਲਾਉਂਦੇ ਆ ਔਰ ਉਹਨਾਂ ਉੱਤੇ ਤਸ਼ੱਦਦ ਕਰਦੇ ਆ। ਫਿਰ ਜਦੋਂ ਉਹ ਰਿਟੈਲੀਏਟ ਕਰਦੇ ਆ ਤਾਂ ਉਹਨਾਂ ਨੂੰ ਫਿਰ ਇਹ ਕਹਿ ਦਿੰਦੇ ਕਿ ਇਹ ਆਪਾਂ ਖੂਨ ਦੇਖ ਰਹੇ ਹਾਂ। ਸੋ ਇਸ ਕਰਕੇ ਇਹ ਜਿਹੜਾ ਸਵਾਲ ਹੈ ਤੁਹਾਡਾ ਬਹੁਤ ਵੱਡਾ ਸਵਾਲ ਹੈ। ਪਰ ਇਹਨੂੰ ਜੇ ਤੁਸੀਂ ਵਾਕਈ ਸਮਝਣਾ ਸ਼ੁਰੂ ਕਰੋ ਤਾਂ ਇਹ ਦੇਖਣਾ ਸ਼ੁਰੂ ਕਰੋ ਕਿ ਲੜਾਈਆਂ ਲੱਗਦੀਆਂ ਕਿਉਂ ਆ, ਕੌਣ ਲਾਉਂਦਾ ਲੜਾਈਆਂ, ਕੌਣ ਸ਼ੁਰੂ ਕਰਦਾ ਲੜਾਈਆਂ, ਅਤੇ ਫਿਰ ਉਹ ਜਦੋਂ ਜਿਹੜੇ ਲੋਕ ਉਹਨਾਂ ਦੇ ਖਿਲਾਫ ਹੁੰਦੇ ਆ ਉਹ ਕੌਣ ਹੁੰਦੇ ਆ, ਹੈ ਨਾ। ਔਰ ਉਹਨਾਂ ਕੋਲ ਹੋਰ ਚਾਰਾ ਕੀ ਸੀਗਾ ਖਿਲਾਫ ਹੋਣ ਤੋਂ ਬਜਾਏ। ਇਹ ਚੀਜ਼ਾਂ ਆਪਾਂ ਨੂੰ ਦੇਖਣੀਆਂ ਪੈਣਗੀਆਂ। ਅਗਲਾ ਸਵਾਲ ਜਿਹੜਾ ਤੁਹਾਡਾ ਸੀਗਾ ਉਹ ਹੈ ਖਾਲਿਸਤਾਨ ਦੀ ਮੰਗ। ਹੁਣ ਮੈਂ ਇਹਦੇ ਸਹੀ ਜਾਂ ਗਲਤ ਵਾਲੇ ਪਾਸੇ ਨਹੀਂ ਜਾਂਦੀ, ਉਹ ਇੱਕ ਅਲੱਗ ਆਈਡੀਓਲੋਜੀਕਲ ਬਹਿਸ ਆ। ਕਿਉਂਕਿ ਇਹ ਅਲੱਗ-ਅਲੱਗ ਤਰ੍ਹਾਂ ਦੇ ਲੋਕਾਂ ਉੱਤੇ ਡਿਪੈਂਡ ਕਰੂਗਾ। ਕਿਸੇ ਨੂੰ ਲੱਗੂਗਾ ਕਿ ਹਾਂ ਬਿਲਕੁਲ ਸਹੀ ਸੀ, ਕਿਸੇ ਨੂੰ ਲੱਗੂਗਾ ਨਹੀਂ ਸੀ, ਕਿਸੇ ਨੂੰ ਕੁਛ ਵੀ। ਪਰ ਜਿਹੜਾ ਤੁਹਾਡਾ ਸਵਾਲ ਹੈ ਉਹ ਹੈ ਕਿ ਕਿਆ ਖਾਲਿਸਤਾਨ ਦੀ ਮੰਗ ਕਰਕੇ ਅਸੀਂ ਦੁਬਾਰਾ 1984 ਨਹੀਂ ਸਹੇੜ ਰਹੇ। ਹੁਣ ਵੀਰ ਜੀ, ਆਪਾਂ ਤੁਹਾਡੇ ਸਵਾਲ ਦਾ ਜਿਹੜਾ ਹੈਗਾ ਉਹ ਇਹ ਹੈ ਕਿ ਤੁਸੀਂ ਇਹ ਪੁੱਛਣਾ ਚਾਹੁੰਦੇ ਹੋ ਕਿ ਜੇ ਆਪਾਂ ਖਾਲਿਸਤਾਨ ਦੀ ਅੱਜ ਮੰਗ ਕਰਦੇ ਹਾਂ ਤਾਂ ਕਿਆ ਆਪਾਂ 1984 ਨਹੀਂ ਸਹੇੜ ਰਹੇ। ਹੁਣ 1984 ਸਹੇੜਨ ਦਾ ਮਤਲਬ ਤੁਹਾਡਾ ਕੀ ਆ? ਉਹ ਜੋ ਸਾਡੇ ਦਰਬਾਰ ਸਾਹਿਬ 'ਤੇ ਹੋਇਆ, ਜਾਂ ਉਹ ਜੋ ਦਿੱਲੀ ਕਤਲੇਆਮ ਦੇ ਵਿੱਚ ਜੋ ਸਾਡਾ ਜੈਨੋਸਾਈਡ ਹੋਇਆ ਦਿੱਲੀ, ਉਹਦੇ ਬਾਰੇ ਤੁਸੀਂ ਗੱਲ ਕਰ ਰਹੇ ਹਾਂ ਕਿ ਜੇ ਅਸੀਂ ਆਪਣੇ ਕਿਸੇ ਵੀ ਹੱਕ ਵਾਸਤੇ ਆਵਾਜ਼ ਚੁੱਕਦੇ ਹਾਂ ਅਤੇ ਸਾਡਾ ਇਸੇ ਤਰੀਕੇ ਨਾਲ ਜਿਹੜਾ ਨਸਲਕੁਸ਼ੀ ਕੀਤੀ ਜਾਊਗੀ। ਇਹ ਤੁਹਾਡਾ ਡਰ ਆ, ਇਹ ਤੁਹਾਡਾ ਸਵਾਲ ਆ। ਹੁਣ ਇਹ ਸਵਾਲ ਆਪਣੇ ਆਪ ਵਿੱਚ ਬੜਾ ਲੋਡਡ ਆ। ਖੈਰ, ਜਿਸ ਤਰੀਕੇ ਨਾਲ ਮੈਨੂੰ ਸਮਝ ਆਉਂਦੀ ਹੈ ਮੈਂ ਓਨਾ ਕੁ ਤੁਹਾਡੇ ਨਾਲ ਸਾਂਝਾ ਕਰਦੀ ਹਾਂ। ਦੇਖੋ, ਪਹਿਲਾਂ ਆਪਾਂ ਇਸ ਚੀਜ਼ ਨੂੰ ਡੀਕੋਡ ਕਰ ਲਈਏ। ਜਿਹੜਾ ਸੈਪਰੇਟਿਸਟ ਜਾਂ ਜਿਹੜੇ ਏਜੰਡਾਜ਼ ਹੁੰਦੇ ਆ ਨਾ, ਜਦੋਂ ਕੋਈ ਲੋਕ ਜਿਹੜੇ ਆ ਆਪਣਾ ਵੱਖਰਾ ਦੇਸ਼ ਮੰਗਣਾ ਸ਼ੁਰੂ ਕਰਦੇ ਆ, ਉਹਦੇ ਪਿੱਛੇ ਕਾਰਨ ਕੀ ਹੁੰਦੇ ਆ। ਮੈਂ ਆਪਣੇ ਵੱਲੋਂ ਕੁਛ ਨਹੀਂ ਕਹਿ ਰਹੀ। ਮੈਟਾ ਸਪੈਂਸਰ ਦੀ ਕਿਤਾਬ ਹੈ ਸੈਪਰੇਟਿਜ਼ਮ
ਡੈਮੋਕ੍ਰੇਸੀ ਐਂਡ ਡਿਸਇੰਟੀਗ੍ਰੇਸ਼ਨ। ਇਹਦੇ ਵਿੱਚ ਤੁਸੀਂ ਦੇਖ ਸਕਦੇ ਆ, ਇਹਦੇ ਵਿੱਚ ਉਹਨਾਂ ਨੇ ਬੜੇ ਤਰੀਕੇ ਨਾਲ ਉਹਨਾਂ ਨੇ ਦੱਸਿਆ, ਇੱਕ ਲਿਸਟ ਦਿੱਤੀ ਆ ਕਿ ਕਦੋਂ ਲੋਕ ਜਿਹੜੇ ਆ ਉਹ ਸੈਪਰੇਟ ਸਟੇਟ ਦੀ ਮੰਗ ਕਰਨੀ ਸ਼ੁਰੂ ਕਰਦੇ। ਉਹ ਕਹਿੰਦੇ ਕਿ ਪਹਿਲਾ, ਜਦੋਂ ਉਹਨਾਂ ਦੀ ਇਮੋਸ਼ਨਲ ਰਿਜ਼ੈਂਟਮੈਂਟ ਐਂਡ ਹੇਟਰਡ ਆਫ ਰਾਈਵਲ ਕਮਿਊਨਿਟੀਜ਼, ਕੁਝ ਖਾਸ ਤਬਕੇ ਦੇ ਲੋਕ ਜਦੋਂ ਇਹ ਸੋਚਣਾ ਸ਼ੁਰੂ ਕਰ ਦਿੰਦੇ ਆ ਜਾਂ ਸਮਝਣਾ ਸ਼ੁਰੂ ਕਰ ਦਿੰਦੇ ਆ ਕਿ ਜਿਹੜੇ ਉਹਨਾਂ ਦੇ ਉਹਨਾਂ ਦੇ ਨਾਲ ਰਹਿ ਰਹੇ ਦੂਸਰੀ ਧਿਰ ਹੈ ਉਹ ਉਹਨਾਂ ਨੂੰ ਨਫ਼ਰਤ ਕਰਦੀ ਆ, ਉਹਨਾਂ ਦੇ ਨਾਲ ਉਹ ਉਹਨਾਂ ਨੂੰ ਹੇਟ ਕਰਦੀ ਆ, ਉਦੋਂ ਉਹਨਾਂ ਨੂੰ ਲੱਗਦਾ ਕਿ ਫਿਰ ਠੀਕ ਆ, ਫਿਰ ਆਪਾਂ ਆਪਣਾ ਵੱਖਰਾ ਬਣਾ ਲੈਂਦੇ ਹਾਂ। ਦੂਸਰਾ, ਪ੍ਰੋਟੈਕਸ਼ਨ ਫਰੋਮ ਜੈਨੋਸਾਈਡ ਐਂਡ ਐਥਨਿਕ ਕਲੀਨਜ਼ਿੰਗ, ਜਦੋਂ ਇੱਕ ਖਾਸ ਤਬਕੇ ਦੇ ਲੋਕਾਂ ਨੂੰ ਇਹ ਲੱਗਦਾ ਆ ਕਿ ਸਾਨੂੰ ਮਾਰ ਦਿੱਤਾ ਜਾਊਗਾ, ਸਾਡਾ ਜੈਨੋਸਾਈਡ ਕਰ ਦਿੱਤਾ ਜਾਊਗਾ, ਇਹ ਲੋਕ ਸਾਨੂੰ ਖ਼ਤਮ ਕਰਨਾ ਚਾਹੁੰਦੇ ਆ, ਉਦੋਂ ਫਿਰ ਉਹ ਰਿਵੋਲਟ ਕਰਦੇ ਆ, ਉਦੋਂ ਉਹ ਸੈਪਰੇਟ ਸਟੇਟ ਦੀ ਮੰਗ ਕਰਦੇ ਆ। ਤੀਸਰੀ ਗੱਲ, resistance by victims of oppression including denigration of their language, culture and religion। ਜਦੋਂ ਜਿਹੜੇ ਓਪਰੈਸ਼ਨ ਦਾ ਸ਼ਿਕਾਰ ਹੋ ਰਹੇ ਹੁੰਦੇ ਆ ਲੋਕ, ਜਦੋਂ ਉਹਨਾਂ ਨੂੰ ਇਹ ਲੱਗਦਾ ਹੈ ਕਿ ਸਾਡੀ ਲੈਂਗੁਏਜ, ਭਾਸ਼ਾ, ਸਾਡਾ ਕਲਚਰ ਅਤੇ ਸਾਡਾ ਧਰਮ, ਤਿੰਨੇ ਹੀ ਚੀਜ਼ਾਂ ਖਤਰੇ ਦੇ ਵਿੱਚ ਆ, ਇਹ ਲੋਕ ਇਹ ਤਿੰਨੇ ਚੀਜ਼ਾਂ ਸਾਡੀਆਂ ਖ਼ਤਮ ਕਰਨੀਆਂ ਚਾਹੁੰਦੇ ਆ, ਉਦੋਂ ਫਿਰ ਉਹ ਸੈਪਰੇਟਿਜ਼ਮ ਵੱਲ ਵੱਧਦੇ ਆ। ਹੁਣ ਇਹ ਜਿਹੜੀਆਂ 3 ਪੁਆਇੰਟਰ ਉਹਨਾਂ ਨੇ ਦਿੱਤੇ, ਹੋਰ ਵੀ ਬਹੁਤ ਲੰਬੀ ਲਿਸਟ ਆ, ਬਟ ਇਹ ਜਿਹੜੇ 3 ਪੁਆਇੰਟਰ ਆ, ਤਕਰੀਬਨ ਇਹ ਤਿੰਨੇ ਪੁਆਇੰਟਰ 1984 ਦੇ ਵਿੱਚ ਨਿਕਲ ਕੇ ਬਾਹਰ ਆਏ। ਜੇ ਤੁਸੀਂ ਇਹ ਦੇਖੋ ਨਾ, ਤਾਂ ਖਾਲਿਸਤਾਨ ਦੀ ਜਿਹੜੀ ਮੰਗ ਆ, ਜਦੋਂ ਤੁਸੀਂ ਕਹਿੰਦੇ ਆ ਕਿ ਭਿੰਡਰਾਂ ਵਾਲੇ ਨੇ ਨਹੀਂ ਸੀ ਕਹੀ, ਓਬਵੀਅਸਲੀ ਉਹਨਾਂ ਨੇ ਨਹੀਂ ਕਦੀ ਕਿਹਾ ਸੀਗਾ, ਬਹੁਤ ਬਾਅਦ 'ਚ ਆ ਕੇ ਕਿਹਾ। ਸ਼ੁਰੂ ਕਿੱਥੋਂ ਹੁੰਦੀ ਆ? ਅਨੰਦਪੁਰ ਸਾਹਿਬ ਦਾ ਮਤਾ ਪਾਸ, ਜਿਹੜਾ ਅਨੰਦਪੁਰ ਰੈਜ਼ੋਲੂਸ਼ਨ ਪਾਸ ਹੁੰਦਾ ਆ, ਉਸ ਤੋਂ ਬਾਅਦ ਉਹ ਜਿਹੜਾ ਅਨੰਦਪੁਰ ਰੈਜ਼ੋਲੂਸ਼ਨ ਪਾਸ ਹੁੰਦਾ ਆ, ਬੇਸਿਕਲੀ ਜਦੋਂ ਉਸ ਤੋਂ ਬਾਅਦ ਧਰਮ ਯੁੱਧ ਮੋਰਚਾ ਲੱਗਦਾ ਹੈ। ਮੈਂ ਬੜਾ ਫਾਸਟ ਫਾਰਵਰਡ ਤਰੀਕੇ ਨਾਲ ਦੱਸ ਰਹੀ ਹਾਂ। ਧਰਮ ਯੁੱਧ ਮੋਰਚੇ ਦੇ ਨਾਲ ਇੰਨੇ ਸਾਰੇ ਲੋਕ ਇਸ ਕਰਕੇ ਆ ਜਾਂਦੇ ਆ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਸੋਸ਼ਲੀ, ਇਕਨੋਮਿਕਲੀ ਅਤੇ ਪੋਲੀਟੀਕਲੀ ਦੱਬੇ ਜਾ ਰਹੇ ਹਾਂ, ਸਾਨੂੰ ਤਿੰਨਾਂ ਹੀ ਫਰੰਟ ਦੇ ਉੱਤੇ ਲੋਕ ਮਾਰ ਰਹੇ ਆ, ਕੁੱਟ ਰਹੇ ਆ, ਅਸੀਂ ਏਲੀਅਨੇਟ ਹੋ ਗਏ ਹਾਂ। ਉਸ ਟਾਈਮ 'ਤੇ ਉਹ ਲੋਕ ਜਿਹੜੇ ਆ ਧਰਮ ਯੁੱਧ ਮੋਰਚੇ ਦੇ ਨਾਲ ਲੱਗਣਾ ਸ਼ੁਰੂ ਹੁੰਦੇ ਆ। ਹੁਣ ਉਸ ਟਾਈਮ ਤੱਕ ਕੋਈ ਸੈਪਰੇਟ ਸਟੇਟ ਦੀ ਗੱਲ ਨਹੀਂ ਸੀਗੀ। ਜੇ ਤੁਸੀਂ ਅਨੰਦਪੁਰ ਦੇ ਮਤੇ ਦੇ ਸਾਰੇ ਪੁਆਇੰਟਸ ਪੜ੍ਹੋ ਤਾਂ ਤੁਹਾਨੂੰ ਇੱਕ ਵੀ ਪੁਆਇੰਟ ਐਸਾ ਨਹੀਂ ਲੱਗੂਗਾ ਜਿਹੜਾ ਤੁਹਾਨੂੰ ਲੱਗੇ ਕਿ ਨਹੀਂ ਇਹ ਤਾਂ ਗੈਰ ਵਾਜਬ ਆ, ਇਹ ਤਾਂ ਮੰਗਣਾ ਨਹੀਂ ਸੀ ਚਾਹੀਦਾ, ਕਿਉਂਕਿ ਪਾਣੀਆਂ ਦਾ ਮੁੱਦਾ ਆ। ਅੱਜ ਅਸੀਂ ਉਹੀ ਦੇਖ ਰਹੇ ਹਾਂ, ਸਾਡੀ ਸੈਂਟਰ ਜਿਹੜੀ ਸਟੇਟ ਆ ਉਹਦੇ ਕੋਲ ਸੈਂਟਰ ਨਾਲੋਂ ਵੱਧ ਅਧਿਕਾਰਾਂ ਦੀ ਗੱਲ ਸੀਗੀ। ਅੱਜ ਅਸੀਂ ਉਹਦੇ ਵਾਸਤੇ ਤਾਂ ਲੜ ਰਹੇ ਹਾਂ ਨਾ, ਆਪਾਂ ਲੈਂਗੁਏਜਸ ਡਿਫਰੈਂਟ ਕਰ ਦਿੱਤੀਆਂ ਪਰ ਲੜ ਤਾਂ ਅਸੀਂ ਉਹਦੇ ਵਾਸਤੇ ਹੀ ਰਹੇ ਹਾਂ। ਸਾਨੂੰ ਅੱਜ ਇਹੀ ਚਾਹੀਦਾ ਆ ਕਿ ਸਾਡੇ ਕੋਲ ਜਿਹੜੇ ਸਾਡੇ ਫੈਸਲੇ ਆ, ਅੱਜ ਜਿਹੜੇ ਗਾਣੇ ਆ, ਫਸਲਾਂ ਦੇ ਫੈਸਲੇ ਕਿਸਾਨ ਕਰੂਗਾ, ਇਹੀ ਤਾਂ ਉਦੋਂ ਮੰਗਾਂ ਸੀਗੀਆਂ, ਇਹੀ ਤਾਂ ਮੰਗਾਂ ਦੇ ਵਾਸਤੇ ਧਰਮ ਯੁੱਧ ਮੋਰਚਾ ਲੱਗਾ ਸੀ, ਹੈ ਨਾ। ਉਹ ਧਰਮ ਯੁੱਧ ਮੋਰਚੇ ਦੇ ਵਿੱਚੋਂ ਫਿਰ ਹੌਲੀ ਹੌਲੀ ਜਦੋਂ ਇਹਨਾਂ ਨੂੰ ਇਹ ਸਮਝ ਆਉਣੀ ਸ਼ੁਰੂ ਹੋਈ ਕਿ ਨਹੀਂ, ਇਹਨਾਂ ਨੂੰ ਤਾਂ ਸਾਡੇ ਨਾਲ ਨਫ਼ਰਤ ਆ, ਜਦੋਂ ਇਹ ਇੱਕ ਫੀਲਿੰਗ ਆ ਗਈ ਦੂਸਰੀ ਧਿਰ ਦੇ ਵਿੱਚ ਕਿ ਇਹ ਤਾਂ ਸਾਡੇ ਨਾਲ ਨਫ਼ਰਤ ਕਰਦੇ ਆ, ਇਹ ਤਾਂ ਸਾਡੇ ਗੁਰੂ ਸਾਹਿਬ ਦਾ ਜਿਹੜਾ ਅਪਮਾਨ ਵੀ ਕਰਾਉਂਦੇ ਆ ਨਿਰੰਕਾਰੀਆਂ ਦੇ ਕੋਲੋਂ, ਹੈ ਨਾ। ਉਹ ਬਕਾਇਦਾ ਜਿਹੜਾ ਉਹਨਾਂ ਦਾ ਇੱਕ ਪ੍ਰੋਸੈਸ਼ਨ ਵੀ ਨਿਕਲਦਾ ਆ। ਫਿਰ ਸਾਡੇ ਜਦੋਂ 13 ਨਿਹੰਗ ਸ਼ਹੀਦ ਹੁੰਦੇ ਆ, ਉਹਦਾ ਬੇਸਿਕਲੀ ਕੀ ਆ, ਉਹ ਮੁੱਢ ਵੱਜ ਜਾਂਦਾ ਕਿ ਨਹੀਂ, ਇਹਨਾਂ ਨੂੰ ਤਾਂ ਸਾਡੇ ਨਾਲ ਇੰਨੀ ਨਫ਼ਰਤ ਆ ਕਿ ਸਾਨੂੰ ਮਾਰ ਵੀ ਦੇਣਗੇ ਅਤੇ ਉਸ ਤੋਂ ਬਾਅਦ ਪੁਲਿਸ ਲਾਗੇ ਖਲੋ ਕੇ ਕੰਮ ਆਪ ਕਰਵਾਉਗੀ। ਇਹਦਾ ਮਤਲਬ ਕਿ ਪੂਰੀ ਸਟੇਟ, ਪੂਰਾ ਜਿਹੜਾ ਇੱਕ ਜਿਹੜਾ ਮਸ਼ੀਨਰੀ ਆ, ਉਹ ਇੱਕ ਪਰਟੀਕੂਲਰ ਸੈਕਟ ਦੇ ਅਗੇਂਸਟ ਹੋ ਗਈ, ਹੈ ਨਾ, ਇੱਕ ਤਬਕੇ ਦੇ ਅਗੇਂਸਟ ਹੋ ਗਈ। ਫਿਰ ਉਸ ਟਾਈਮ ਦੇ ਉੱਤੇ ਉਹਨਾਂ ਨੂੰ ਇਹ ਲੱਗਦਾ ਹੈ ਕਿ ਨਹੀਂ, ਸਾਨੂੰ ਇੱਕ ਸੈਪਰੇਟ ਜਿਹੜੀ ਆ ਉਹ ਸਾਨੂੰ ਆਪਣੀ ਜਗ੍ਹਾ ਦੀ ਜ਼ਰੂਰਤ ਹੈ। ਉਦੋਂ ਇਹੋ ਜਿਹੀਆਂ ਭਾਵਨਾਵਾਂ ਸਾਹਮਣੇ ਆਉਂਦੀਆਂ ਹੁੰਦੀਆਂ। ਹੁਣ ਤੁਹਾਡਾ ਜਿਹੜਾ ਹੈਗਾ ਕਿ ਫਿਰ ਉਸ ਤੋਂ ਬਾਅਦ 1984 ਹੁੰਦਾ ਕੀ ਆ, ਉਸ ਤੋਂ ਬਾਅਦ ਫਿਰ ਆਪਣੇ ਆਪ ਹੀ ਇੱਕ ਚੱਕਰਵਿਊਹ ਰਚਿਆ ਜਾਂਦਾ ਆ। ਉਸ ਚੱਕਰਵਿਊਹ ਦੇ ਵਿੱਚ ਫਿਰ ਦਰਬਾਰ ਸਾਹਿਬ ਦੇ ਉੱਤੇ ਬਾਕਾਇਦਾ ਅਟੈਕ ਪਲੈਨਡ ਤਰੀਕੇ ਨਾਲ ਕਰਾਇਆ ਜਾਂਦਾ ਆ। ਫਿਰ ਦਿੱਲੀ ਜਿਹੜਾ ਸਾਡੀ ਨਸਲਕੁਸ਼ੀ ਕੀਤੀ ਜਾਂਦੀ ਆ। ਬੇਸਿਕਲੀ ਜਦੋਂ ਤੁਸੀਂ ਕਿਸੇ ਦੇ ਘਰਾਂ ਦੇ ਬਾਹਰ ਨਿਸ਼ਾਨ ਲਾ ਕੇ ਉਹਨਾਂ ਨੂੰ ਮਾਰਨਾ ਸ਼ੁਰੂ ਕਰਦੇ ਆ, ਦੈਟ ਮੀਨਸ ਤੁਸੀਂ ਉਹਨਾਂ ਨੂੰ ਖ਼ਤਮ ਕਰਨਾ ਚਾਹੁੰਦੇ ਆ, ਤੁਸੀਂ ਉਹਨਾਂ ਦਾ ਜੈਨੋਸਾਈਡ ਕਰਨਾ ਚਾਹੁੰਦੇ ਆ। ਉਹ ਸਾਰੀਆਂ ਚੀਜ਼ਾਂ, ਹੁਣ ਇਹਦੇ ਵਿੱਚ ਤੁਸੀਂ ਇਹ ਦੱਸੋ ਕਿ ਕਿਤੇ ਵੀ ਖਾਲਿਸਤਾਨ ਦੀ ਮੰਗ ਦੇ ਨਾਲ ਜੈਨੋਸਾਈਡ ਦਾ ਕਿੱਥੇ ਕੋਈ ਲਿੰਕ ਸੀਗਾ? ਖਾਲਿਸਤਾਨ ਦੀ ਮੰਗ ਤਾਂ ਹੋਈ ਨਹੀਂ ਸੀਗੀ, ਇਹ ਤਾਂ ਸਾਰਾ ਕੁਝ ਇੱਕ ਬਿਲਟ ਅਪ ਕੀਤਾ ਗਿਆ ਸੀਗਾ। ਔਰ ਇਸੇ ਤਰੀਕੇ ਨਾਲ ਜਿਹੜੀ ਸਟੇਟ ਆ ਉਹ ਕਰਦੀ ਹੁੰਦੀ ਆ, ਜਦੋਂ ਉਹਨਾਂ ਨੇ ਕਿਸੇ ਨੂੰ ਐਲੀਮੀਨੇਟ ਕਰਨਾ ਹੁੰਦਾ ਨਾ, ਫਿਰ ਉਹਦੇ ਉੱਤੇ ਠੱਪੇ ਲਾਉਣੇ ਸ਼ੁਰੂ ਕਰ ਦਿੰਦੀ ਹੁੰਦੀ ਆ ਕਿ ਇਹ ਜਿਹੜਾ ਆ ਉਹ ਅੱਤਵਾਦੀ ਆ। ਉਹ ਫਿਰ ਠੱਪੇ ਲਾ ਕੇ ਫਿਰ ਤੁਹਾਡੇ ਨਾਲ ਗੱਲ ਕਰਦੀ ਹੁੰਦੀ ਆ। ਸੋ ਜਦੋਂ ਗਵਰਨਮੈਂਟ, ਹੁਣ ਉਸੇ ਕਿਤਾਬ ਜਿਹਦੀ ਗੱਲ ਦਾ ਮੈਂ ਪਹਿਲਾਂ ਕੀਤੀ, ਮੈਟਾ ਸਪੈਂਸਰ ਦੀ ਕਿਤਾਬ ਦੇ ਵਿੱਚ, ਉਹਦੇ ਵਿੱਚ ਉਹ ਦੱਸਦੇ ਕਿ ਗਵਰਨਮੈਂਟ ਕਿੱਦਾਂ ਰਿਐਕਟ ਕਰ ਸਕਦੀ ਹੈ ਜਦੋਂ ਸੈਪਰੇਟ ਸਟੇਟ ਦੀ ਗੱਲ ਚੱਲੇ।
ਉਹ ਕਿੱਦਾਂ ਰਿਐਕਟ ਕਰਦੀ ਆ। ਉਹ ਕਹਿੰਦੇ ਪਹਿਲਾਂ ਤਾਂ ਜਾਂ ਤਾਂ ਉਹ ਸੈਪਰੇਟਿਸਟ ਡਿਮਾਂਡ ਮੰਨ ਜਾਵੇ ਕਿ ਠੀਕ ਆ ਜੀ ਤੁਸੀਂ ਨਹੀਂ ਸਾਡੇ ਨਾਲ ਰਹਿਣਾ ਚਾਹੁੰਦੇ, ਓਕੇ ਤੁਸੀਂ ਆਪਣਾ ਵੱਖਰਾ ਲੈ ਲਓ। ਹੁਣ ਇੰਡੀਅਨ ਗਵਰਨਮੈਂਟ ਇੱਦਾਂ ਨਹੀਂ ਕਰਦੀ। ਇੰਪਰੂਵ ਦ ਸਰਕਮਸਟੈਂਸਿਸ ਆਫ ਡਿਸਐਡਵਾਂਟੇਜ ਮਾਈਨੋਰਿਟੀਜ਼, ਜਿਹੜੀਆਂ ਮਾਈਨੋਰਿਟੀਜ਼ ਨੂੰ ਲੱਗਦਾ ਆ ਕਿ ਸਾਡੇ ਨਾਲ ਧੋਖਾ ਹੋ ਰਿਹਾ, ਧੱਕਾ ਹੋ ਰਿਹਾ, ਉਹਨਾਂ ਦੀ ਕੰਡੀਸ਼ਨਸ ਨੂੰ ਇੰਪਰੂਵ ਕਰ ਦੇਵੇ। ਇਹ ਕਿੱਡਾ ਵਧੀਆ ਸੀਗਾ ਕਿ ਜਦੋਂ ਅਨੰਦਪੁਰ ਦਾ ਮਤਾ ਪਾਸ ਹੋਇਆ ਤਾਂ ਉਸੇ ਟਾਈਮ 'ਤੇ ਅਗਰ ਗਵਰਨਮੈਂਟ ਵਾਕਈ ਹੀ ਇਹਦਾ ਕੋਈ ਹੱਲ ਚਾਹੁੰਦੀ ਤਾਂ ਉਹ ਇਕੱਠੇ ਹੁੰਦੇ, ਉਹ ਕਹਿੰਦੇ ਕਿ ਠੀਕ ਹੈ ਜੀ ਆਹ ਗੱਲਾਂ ਤੁਹਾਡੀਆਂ ਜਾਇਜ਼ ਆ, ਅਸੀਂ ਮੰਨਦੇ ਹਾਂ। ਜਿਹੜੀਆਂ ਗੱਲਾਂ ਉਹਨਾਂ ਨੂੰ ਜਾਇਜ਼ ਨਹੀਂ ਸੀ ਲੱਗਦੀਆਂ, ਇੱਕ ਟੇਬਲ 'ਤੇ ਆ ਕੇ ਉਹ ਬਕਾਇਦਾ ਉਹਨਾਂ ਲੀਡਰਸ ਨੂੰ ਸਮਝਾਉਂਦੇ ਕਿ ਦੇਖੋ ਆਹ ਮੰਗਾਂ ਤੁਹਾਡੀਆਂ ਜਾਇਜ਼ ਨਹੀਂ ਆ। ਉਹ ਨਾ ਮੰਨਦੇ, ਸ਼ਾਇਦ ਇਹ ਇੰਨੀ ਦੂਰ ਤੱਕ ਜਾਂਦਾ ਹੀ ਨਾ। ਪਰ ਗਵਰਨਮੈਂਟ ਨੇ ਜਦੋਂ ਕੰਨ ਹੀ ਨਹੀਂ ਕੀਤੇ ਕਿ ਅਸੀਂ ਤੁਹਾਡੀ ਗੱਲ ਸੁਣਦੇ ਹੀ ਨਹੀਂ, ਫਿਰ ਧਰਮ ਯੁੱਧ ਮੋਰਚਾ ਲੱਗਦਾ ਨਾ ਉਹਦੇ ਵਾਸਤੇ ਹੀ। ਸੋ ਇੱਥੇ ਵੀ ਜਿਹੜੀ ਉਹ ਉਸ ਟਾਈਮ ਦੀ ਇੰਡੀਅਨ ਗਵਰਨਮੈਂਟ ਜਿਹੜੀ ਸੀ, ਜਦੋਂ ਕਾਂਗਰਸ ਦੀ ਸਰਕਾਰ, ਉਸ ਟਾਈਮ 'ਤੇ ਫੇਲ ਹੋ ਗਈ। ਉਹ ਮਾਈਨੋਰਿਟੀਜ਼ ਦੀਆਂ ਸਰਕਮਸਟੈਂਸਿਸ ਨੂੰ ਇੰਪਰੂਵ ਕਰਨ ਦੀ ਬਜਾਏ ਹੋਰ ਐਗਰਾਵੇਟ ਕਰਦੀ ਗਈ ਇਹ ਕੌਨਫਲਿਕਟ। ਅਗਲੀ ਗੱਲ, ਅਡੋਪਟ ਏਸਿਮੈਟ੍ਰਿਕ ਫੈਡਰਲਿਜ਼ਮ ਵੇਅਰ ਡਿਫਰੈਂਟ ਸਟੇਟਸ ਹੈਵ ਡਿਫਰੈਂਟ ਰਿਲੇਸ਼ਨਸ, ਕਿ ਇੱਕ ਤਰ੍ਹਾਂ ਦਾ ਫੈਡਰਲਿਜ਼ਮ ਅਲੱਗ ਜਿਹਾ ਬਣਾ ਦਿਓ ਕਿ ਜਿਹੜੀ ਸਟੇਟ, ਕਿਸੇ ਸਟੇਟ ਦਾ ਕਿਸੇ ਤਰੀਕੇ ਦਾ ਸੈਂਟਰ ਦੇ ਨਾਲ ਰਿਲੇਸ਼ਨ ਹੋਊਗਾ। ਜਿਹੜੀਆਂ ਜ਼ਿਆਦਾ ਮੰਗਦੀਆਂ ਅਧਿਕਾਰ ਉਹਨਾਂ ਨੂੰ ਵੱਧ ਦੇ ਦਿਓ, ਜਿਹੜੀਆਂ ਨਹੀਂ ਮੰਗਦੀਆਂ ਉਹਨਾਂ ਨੂੰ ਘੱਟ ਦੇ ਦਿਓ। ਦੈਟਸ ਹਾਊ ਇਟ ਵਰਕਸ। ਉਹ ਏਸਿਮੈਟ੍ਰਿਕ ਫੈਡਰਲਿਜ਼ਮ ਵੀ ਨਹੀਂ ਕੀਤਾ ਗਿਆ, ਧੱਕੇ ਨਾਲ ਚੀਜ਼ਾਂ ਨੂੰ ਤੁਹਾਡੇ ਉੱਤੇ ਥੋਪਿਆ ਗਿਆ। ਹੁਣ ਇਹਨਾਂ ਸਾਰੀਆਂ ਇਹ ਗਵਰਨਮੈਂਟ ਦੇ ਤਰੀਕੇ ਹੁੰਦੇ ਆ, ਜੋ ਕਿ ਮੈਟਾ ਸਪੈਂਸਰ ਨੇ ਲਿਖੇ ਆ ਕਿ ਇਸ ਤਰੀਕੇ ਨਾਲ ਗਵਰਨਮੈਂਟ, ਕੋਈ ਵੀ ਗਵਰਨਮੈਂਟ ਜਿਹੜੀ ਆ ਉਹ ਸੈਪਰੇਟਿਜ਼ਮ ਨੂੰ ਟੈਕਲ ਕਰਦੀ ਹੁੰਦੀ ਆ। ਪਰ ਇੱਥੇ ਕਿਤੇ ਵੀ ਇਹ ਨਹੀਂ ਲਿਖਿਆ ਕਿ ਉਹਨਾਂ ਦੇ ਲੋਕਾਂ ਨੂੰ ਮਾਰ ਦਿੰਦੀ ਹੁੰਦੀ ਆ। ਜਦੋਂ ਤੁਸੀਂ ਆਪਣੇ ਹੀ ਲੋਕਾਂ ਉੱਤੇ ਤੋਪਾਂ ਟੈਂਕਾਂ ਲੈ ਕੇ ਚੜ੍ਹੋਗੇ ਤਾਂ ਫਿਰ ਭਾਈ ਗਲਤੀ ਜਿਹੜੀ ਆ ਉਹ ਸਰਕਾਰ ਦੀ ਆ, ਲੋਕਾਂ ਦੀ ਗਲਤੀ ਨਹੀਂ ਆ। ਕਿਉਂਕਿ ਲੋਕ ਤਾਂ ਮੈਂ ਪਹਿਲਾਂ ਹੀ ਕਹਿ ਦਿੱਤਾ ਕਿ ਰਿਪਲਸ਼ਨ ਦੇ ਵਿੱਚ ਆਉਣਗੇ ਹੀ ਆਉਣਗੇ। ਤੁਸੀਂ ਉਹਨਾਂ ਨੂੰ ਦਬਾਓਗੇ, ਉਹ ਤੁਹਾਡੇ ਖਿਲਾਫ ਆਵਾਜ਼ ਚੁੱਕਣਗੇ ਹੀ ਚੁੱਕਣਗੇ। ਸੋ ਇਸ ਕਰਕੇ ਜਿਹੜਾ ਸਾਡੀ ਪ੍ਰੋਬਲਮ ਪਤਾ ਕੀ ਆ, ਸਾਨੂੰ ਇਹ ਲੱਗਦਾ ਆ ਕਿ ਸਾਡੀਆਂ ਜਿੰਨੀਆਂ ਵੀ ਜੋ ਕੁਛ ਵੀ ਸਾਡੇ 'ਤੇ ਹੋਇਆ ਨਾ, ਸਾਨੂੰ ਇੰਝ ਲੱਗਦਾ ਕਿ ਸਾਰਾ ਕੁਛ ਸਾਡੇ ਕਰਕੇ ਹੀ ਹੋਇਆ, ਬਾਕੀ ਸਾਰਾ ਕੁਛ ਤਾਂ ਠੀਕ ਹੀ ਸੀਗਾ। ਅਸੀਂ ਹਮੇਸ਼ਾ ਜੇ ਦੇ ਵਿੱਚ ਫਸ ਕੇ ਰਹਿ ਜਾਂਦੇ ਹਾਂ। ਜੇ ਸੰਤ ਜਰਨੈਲ ਸਿੰਘ ਭਿੰਡਰਾਂ ਜਿਹੜੇ ਹੈਗੇ ਆ ਉਹ ਦਰਬਾਰ ਸਾਹਿਬ ਨਾ ਜਾਂਦੇ, ਅਟੈਕ ਨਹੀਂ ਸੀ ਹੋਣਾ। ਜੇ ਇੰਦਰਾ ਗਾਂਧੀ ਨੂੰ ਕੁਛ ਨਾ ਹੋਇਆ ਹੁੰਦਾ ਤਾਂ 1984 ਦੇ ਜਿਹੜਾ ਕਤਲੇਆਮ ਆ ਉਹ ਨਹੀਂ ਸੀ ਹੋਣਾ। ਜੇ ਧਰਮ ਯੁੱਧ ਮੋਰਚਾ ਨਾ ਲੱਗਦਾ ਤਾਂ ਇੱਥੋਂ ਤੱਕ ਗੱਲ ਨਹੀਂ ਸੀ ਪਹੁੰਚਣੀ। ਜੇ ਉਸ ਤੋਂ ਬਾਅਦ ਜਿਹੜੇ ਸਾਡੇ ਕੁਛ ਲੋਕ ਜਿਹੜੇ ਆ ਉੱਥੋਂ ਦਰਬਾਰ ਸਾਹਿਬ 'ਚੋਂ ਨਿਕਲ ਕੇ ਆ ਗਏ, ਜੇ ਉਹ ਨਾ ਨਿਕਲ ਕੇ ਆਏ ਹੁੰਦੇ ਤਾਂ ਇੰਨੇ ਮੁੰਡੇ ਨਹੀਂ ਸੀ ਮਰਨੇ। ਔਰ ਅੱਜ ਅਸੀਂ ਕੀ ਕਰ ਰਹੇ ਹਾਂ, ਜੇ ਸਾਡੇ ਮੁੰਡੇ ਜਿਹੜੇ ਉਹ ਲਾਲ ਕਿਲ੍ਹੇ 'ਤੇ ਨਾ ਜਾਂਦੇ, ਅਸੀਂ ਤਾਂ ਮੋਰਚਾ ਜਿੱਤਿਆ ਸੀ। ਅਸੀਂ ਇਹ ਜੇ 'ਚ ਫਸ ਜਾਂਦੇ ਹਾਂ। ਬੇਸਿਕਲੀ ਇਹ ਜੇ ਸਾਡਾ ਐਸਕੇਪਿਜ਼ਮ ਆ। ਅਸੀਂ ਸੋਚਦੇ ਹਾਂ ਕਿ ਸਾਰਾ ਕੁਝ ਅਸੀਂ ਹੀ ਕੀਤਾ। ਕਿਉਂਕਿ ਅਸੀਂ ਬਹੁਤੀ ਵੱਡੀ ਜਿਹੜੀ ਪਾਵਰਫੁਲ ਜਗ੍ਹਾ ਹੁੰਦੀ ਆ, ਆਰਗੇਨਾਈਜੇਸ਼ਨ ਹੁੰਦੀ ਆ, ਅਸੀਂ ਉਹਨੂੰ ਜਵਾਬ ਨਹੀਂ ਦੇ ਪਾਉਂਦੇ। ਤੁਸੀਂ ਜਦੋਂ ਇਹ ਸਵਾਲ ਮੈਨੂੰ ਕਰ ਰਹੇ ਹਾਂ ਕਿ ਜਿਹੜੀ ਖਾਲਿਸਤਾਨ ਦੀ ਮੰਗ ਕਰਕੇ ਕਿਆ ਅਸੀਂ ਦੁਬਾਰਾ 1984 ਸਹੇੜ ਰਹੇ ਹਾਂ, ਪਹਿਲੀ ਗੱਲ ਤਾਂ ਇਹ ਕਿ ਖਾਲਿਸਤਾਨ ਦੀ ਮੰਗ ਇਸ ਟਾਈਮ ਦੇ ਉੱਤੇ ਕੋਈ ਕਰ ਨਹੀਂ ਰਿਹਾ ਪੰਜਾਬ ਦੇ ਵਿੱਚ ਬੈਠਾ। ਜਿਹੜੇ ਕਰ ਰਹੇ ਆ ਉਹ ਬਕਾਇਦਾ ਉਹਨੂੰ ਲੀਗਲ ਤਰੀਕੇ ਨਾਲ ਕਰ ਰਹੇ ਆ, ਜੁਡੀਸ਼ੀਅਲ ਤਰੀਕੇ ਨਾਲ ਕਰ ਰਹੇ ਆ। ਉੱਥੇ ਸਿਮਰਨਜੀਤ ਸਿੰਘ ਮਾਨ ਹੋਣਾ ਦੀ ਪਾਰਟੀ ਹੈ ਜਿਹੜੀ ਬਕਾਇਦਾ ਖਾਲਿਸਤਾਨ ਦੇ ਉੱਤੇ ਵੋਟਾਂ ਇਲੈਕਸ਼ਨਾਂ 'ਚ ਖੜੀ ਹੁੰਦੀ ਆ। ਉਹਨਾਂ ਦਾ ਏਜੰਡਾ ਹੁੰਦਾ ਆ ਉਹ, ਅਤੇ ਬਕਾਇਦਾ ਉਹਨਾਂ ਨੂੰ ਇਲੈਕਸ਼ਨ ਕਮਿਸ਼ਨ ਉੱਥੋਂ ਦਾ ਹੱਕ ਦਿੰਦਾ ਆ ਕਿ ਤੁਸੀਂ ਆਪਣਾ ਇਹ ਮੈਨੀਫੈਸਟੋ ਰੱਖ ਸਕਦੇ ਆ। ਫਿਰ ਹੀ ਉਹ ਕਰਦੇ ਆ ਨਾ। ਤਾਂ ਫਿਰ ਇਹਦੇ ਵਿੱਚ ਇਲੀਗਲ ਕੀ ਆ ਗਿਆ? ਜਦੋਂ ਕੁਝ ਇਲੀਗਲ ਹੈ ਹੀ ਨਹੀਂ ਤਾਂ ਫਿਰ 1984 ਵਾਲਾ ਮਾਹੌਲ ਕਿਉਂ ਬਣੂਗਾ? ਤੁਹਾਨੂੰ ਇਹ ਕਿਉਂ ਡਰ ਆ ਕਿ ਤੁਸੀਂ ਜਦੋਂ ਆਪਣੇ ਬਾਰੇ ਕੋਈ ਗੱਲ ਕਰੋਗੇ ਤਾਂ ਉਹ ਸਰਕਾਰ ਜਿਹੜੀ ਆ ਤੁਹਾਡਾ ਕਤਲੇਆਮ ਕਰ ਦੂਗੀ? ਦੈਟ ਮੀਨਸ ਕਿ ਆਪਾਂ ਇਹ ਮੰਨਦੇ ਹਾਂ ਕਿਤੇ ਨਾ ਕਿਤੇ ਅਸੀਂ ਗੁਲਾਮ ਆ। ਜੇ ਨਹੀਂ ਮੰਨਦੇ, ਜੇ ਅਸੀਂ ਗੁਲਾਮ ਨਹੀਂ ਹੈਗੇ, ਤਾਂ ਸਾਨੂੰ ਫਿਰ ਜਿਹੜੀ ਗਵਰਨਮੈਂਟ ਆ ਉਹਨਾਂ ਦੇ ਨਾਲ ਗੱਲ ਕਰਨੀ ਚਾਹੀਦੀ ਹੈ ਕਿ ਅਸੀਂ ਮਾਈਨੋਰਿਟੀ ਆ, ਆਹ ਸਾਡੀਆਂ ਪ੍ਰੋਬਲਮਸ ਆ, ਇਹਨਾਂ ਨੂੰ ਸੋਲਵ ਕਰੋ ਐਂਡ ਦੈਨ ਲੈਟਸ ਮੂਵ ਅਹੈਡ, ਹੈ ਨਾ। ਸੋ ਜਿਹੜੇ ਮੈਂ ਤੁਹਾਨੂੰ ਆਹ ਸਾਰੀ ਦੱਸੀ ਵੀ ਕਿ ਜਿਹੜਾ ਪੋਲੀਟੀਕਲੀ, ਸੋਸ਼ਲੀ, ਇਕਨੋਮਿਕਲੀ ਜਦੋਂ ਲੋਕਾਂ ਨੂੰ ਲੱਗਾ ਕਿ ਉਹ ਵੀਕ ਹੋ ਗਿਆ, ਉਦੋਂ ਧਰਮ ਯੁੱਧ ਮੋਰਚੇ ਦੇ ਵਿੱਚ ਉਹ ਗਏ। ਇਹ ਮੇਰੇ ਆਪਣੇ ਵਰਡਸ ਨਹੀਂ ਆ, ਇਹ ਵੀ ਵਰਜੀਨੀਆ ਵੈਨ ਡਾਈਕ ਦਾ ਇੱਕ ਪੇਪਰ ਹੈ, ਦ ਖਾਲਿਸਤਾਨ ਮੂਵਮੈਂਟ ਇਨ ਪੰਜਾਬ, ਇੰਡੀਆ ਐਂਡ ਦ ਪੋਸਟ ਮਿਲੀਟੈਂਸੀ ਏਰਾ, 2009 ਦੇ ਵਿੱਚ ਛਪਿਆ ਸੀਗਾ ਏਸ਼ੀਆ ਸਰਵੇ ਦੇ ਵਿੱਚ। 49th ਵੋਲੀਅਮ, 6th ਇਸ਼ੂ, 975 ਤੋਂ 997 ਪੇਜ। ਇਹ ਤੁਸੀਂ ਆਪ ਪੜ੍ਹ ਸਕਦੇ ਆ। ਸੋ ਬੇਸਿਕਲੀ ਜਦੋਂ ਆਪਾਂ ਪ੍ਰੋਬਲਮਸ ਦੇਖਦੇ ਹਾਂ ਨਾ, ਤਾਂ ਅਸੀਂ ਉਹਨਾਂ ਨੂੰ ਬੜਾ ਸਕੈਟਰਡ ਤਰੀਕੇ ਨਾਲ ਦੇਖ ਲੈਂਦੇ ਹਾਂ। ਆਪਣੇ ਆਪ ਨੂੰ ਹਮੇਸ਼ਾ ਜਾਂ ਤਾਂ ਅਸੀਂ ਵਿਕਟਿਮ ਬਣ ਕੇ ਉੱਭਰਦੇ ਹਾਂ ਕਿ ਹਾਏ ਸਾਡੇ ਨਾਲ ਆਹ ਹੋ ਗਿਆ, ਜਾਂ ਅਸੀਂ ਆਪਣੇ ਆਪ ਨੂੰ ਆਪੇ ਹੀ ਕ੍ਰਿਮੀਨਲ ਬਣਾਈ ਜਾਂਦੇ ਹਾਂ। 1984 'ਚ ਅਸੀਂ ਕੁਛ ਨਹੀਂ ਸੀ ਕੀਤਾ ਕਿ ਸਾਡੇ ਉੱਤੇ ਇਹੋ ਜਿਹਾ ਨਸਲਕੁਸ਼ੀ ਹੋਵੇ। ਓਕੇ, ਅਗਰ ਗਵਰਨਮੈਂਟ ਦਾ ਨੈਰੇਟਿਵ ਮੰਨ ਵੀ ਲਈਏ,
ਹੈ ਨਾ। ਤਾਂ ਉਹ ਗਵਰਨਮੈਂਟ ਦੀ ਕਿਸੇ ਇੱਕ ਪਰਟੀਕੂਲਰ ਲੋਕਾਂ ਦੇ ਨਾਲ, ਜਦ ਕਿ ਉਹ ਸਾਡੇ ਹੀ ਸੀ, ਸੰਤਾਂ ਦੇ ਨਾਲ, ਮੈਂ 100% ਸੰਤਾਂ ਦੇ ਨਾਲ ਹਾਂ, ਜਿਸ ਤਰੀਕੇ ਨਾਲ ਵੀ ਸੀਗਾ। ਅਤੇ ਉਹਦੇ ਵਾਸਤੇ ਆਮ ਲੋਕ ਜਿਹੜੇ ਵਿਚਾਰੇ ਆਪਣੇ ਘਰਾਂ ਦੇ ਵਿੱਚ ਸੀਗੇ, ਉਹ ਫੌਜੀ ਜਿਹੜੇ ਆਪਣੀਆਂ ਡਿਊਟੀਜ਼ ਕਰ ਕਰਕੇ ਦਿੱਲੀ ਦੇ ਵਿੱਚ ਰਹਿੰਦੇ ਸੀ, ਉਹਨਾਂ ਦੇ ਘਰਾਂ ਦੇ ਵਿੱਚੋਂ ਕੱਢ ਕੇ ਮਾਰਨ ਦਾ ਉਹਨਾਂ ਨੇ ਕੀ ਗੁਨਾਹ ਕੀਤਾ ਸੀ? ਕੁਛ ਵੀ ਨਹੀਂ। ਸੋ ਸਾਨੂੰ ਇਹ ਜਿਹੜਾ ਆਪਣੇ ਆਪ ਨੂੰ ਹੀ ਅਸੀਂ ਬਲੇਮ ਕਰਦੇ ਰਹਿੰਦੇ ਹਾਂ ਨਾ, ਇਸ ਮਾਨਸਿਕਤਾ 'ਚੋਂ ਬਾਹਰ ਨਿਕਲਣ ਦੀ ਲੋੜ ਆ। ਸਾਨੂੰ ਇਹ ਸਮਝਣਾ ਪਊਗਾ ਕਿ ਸਰਕਾਰਾਂ ਉਹੀ ਕਰਦੀਆਂ ਹੁੰਦੀਆਂ ਜੋ ਉਹਨਾਂ ਨੂੰ ਕਰਨਾ ਆ, ਇਹਦੇ 'ਚ ਜੇ ਕਿਤੇ ਨਹੀਂ ਆਉਂਦਾ। ਸਵਾਲ ਹੋਰ ਵੀ ਹੈਗੇ ਨੇ, ਅਗਲਾ ਜਿਹੜਾ ਐਪੀਸੋਡ ਆ ਉਹ ਮੈਂ ਕੁਐਸਚਨ ਆਨਸਰਸ ਦੇ ਵਿੱਚ ਹੀ ਕੰਟੀਨਿਊ ਕਰੂੰਗੀ, ਕਿਉਂਕਿ ਕੁਝ ਸਵਾਲਾਂ ਦੇ ਜਵਾਬ ਜਿਹੜੇ ਉਹ ਦੇਣੇ ਉਹ ਬਹੁਤ ਜ਼ਰੂਰੀ ਆ। ਅੱਜ ਦਾ ਜਿਹੜਾ ਸਮਾਂ ਉਹ ਮੇਰਾ ਸਮਾਪਤ ਹੋ ਰਿਹਾ। ਮੇਰੇ ਕੋਲ ਅਗਰ ਕੋਈ ਵੀ ਗਲਤੀ ਹੋ ਗਈ ਹੋਵੇ, ਭੁੱਲਾਂ ਚੁੱਕਾਂ ਦੀ ਖਿਮਾ। ਬਾਕੀ ਅਗਰ ਤੁਹਾਨੂੰ ਲੱਗਦਾ ਹੈ ਕਿ ਮੈਂ ਕਿਤੇ ਕੁਛ ਗਲਤ ਬੋਲ ਦਿੱਤਾ ਜਾਂ ਕੁਛ ਹੋਰ ਐਡ ਕਰਨਾ ਚਾਹੀਦਾ ਸੀਗਾ, ਤਾਂ ਜ਼ਰੂਰ ਤੁਸੀਂ ਆਪਣੀ ਸਾਨੂੰ ਈਮੇਲ ਦੇ ਥਰੂ ਸਾਨੂੰ ਇਨਫੋਰਮ ਕਰ ਸਕਦੇ ਹਾਂ, ਲਿਖ ਕੇ ਦੱਸੋ। ਮੈਂ ਬੜੀ ਖੁਸ਼ੀ ਨਾਲ ਉਸ ਚੀਜ਼ ਨੂੰ ਅੱਗੇ ਵਿੱਚ ਜ਼ਰੂਰ ਇਨਕੋਰਪੋਰੇਟ ਕਰੂੰਗੀ। ਇੰਨੀਆਂ ਗੱਲਾਂ ਦੇ ਨਾਲ ਆਪਣੀ ਮੈਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।